ਗੁਰਬਾਣੀ ਵਿੱਚ ਸਵੈ ਵਿਰੋਧੀ ਖਿਆਲ। ਸਿੱਖ ਧਰਮ ਵਿੱਚ ਇੱਕ ਪਾਸੇ ਇਹ ਗੱਲ ਮੰਨੀ ਗਈ ਹੈ ਕਿ ਜੋ ਕੁਝ ਵੀ ਹੁੰਦਾ ਹੈ ਉਹ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ ਹੈ ਅਤੇ ਇਸ ਹੁਕਮ ਵਿੱਚ ਕਿਸੇ ਦਾ ਦਖਲ ਨਹੀਂ ਹੁੰਦਾ, ਭਾਵ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਣੀ ਸਾਹਿਬ ਵਿੱਚ ਫਰਮਾਨ ਕਰਦੇ ਨੇ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਜਾਂ ਮਾਰੈ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਇਹਨਾਂ ਬਚਨਾਂ ਵਿੱਚ ਸਪਸ਼ਟ ਤੌਰ ਤੇ ਵਰਣਨ ਕੀਤਾ ਗਿਆ ਹੈ ਕਿ ਕਰਵਾਉਣ ਵਾਲਾ ਤੇ ਕਰਨ ਵਾਲਾ ਦੋਵੇਂ ਪਾਸੇ ਉਹ ਆਪ ਹੀ ਹੈ। ਇੱਕ ਪਾਸੇ ਉਹ ਕਰਵਾਉਂਦਾ ਹੈ ਤੇ ਦੂਸਰੇ ਪਾਸੇ ਉਹ ਕਰਦਾ ਹੈ। ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਵਿੱਚ ਇਸ ਤਰ੍ਹਾਂ ਵੀ ਆਖਦੇ ਨੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਭਾਵ ਅਕਾਲ ਪੁਰਖ ਵਾਹਿਗੁਰੂ ਜੋ ਚਾਹੁੰਦਾ ਹੈ ਉਹਾ ਕਰਦਾ ਹੈ ਤੇ ਜੀਵ ਉਹਾ ਕੁਝ ਹੀ ਕਰ ਸਕਦੇ ਨੇ ਜੋ ਵਾਹਿਗੁਰੂ ਉਹਨਾਂ ਤੋਂ ਕਰਵਾਉਣਾ ਚਾਹੁੰਦਾ ਹੈ। ਫਿਰ ਸਤਿਗੁਰੂ ਜੀ ਗੌੜੀ ਰਾਗ ਵਿੱਚ ਇਸ ਤਰ੍ਹਾਂ ਵੀ ਸਮਝਾਉਂਦੇ ਨੇ, ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜ਼ੀਗਰ, ਉਹ ਤੈਸੋ ਹੀ ਸਾਜ ਅੰਨੈ। ਭਾਵ ਇਨਸਾਨ ਮਿੱਟੀ ਦਾ ਪੁਤਲਾ ਹੈ, ਉਹ ਆਪਣੇ ਆਪ ਕੁਝ ਵੀ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਹ ਤਾਂ ਇਸ ਨੂੰ ਖਿਡਾਉਣ ਵਾਲਾ ਹੀ ਜਾਣਦਾ ਕਿ ਇਸ ਕੋਲੋਂ ਕੀ ਕੁਝ ਕਰਵਾਉਣਾ, ਤੇ ਉਹ ਇਸ ਨੂੰ ਜੋ ਕੁਝ ਕਰਨ ਵਾਸਤੇ ਪ੍ਰੇਰਦਾ ਹੈ ਇਹ ਉਹਾ ਕੁਝ ਹੀ ਕਰਦਾ ਹੈ। ਪਰ ਨਾਲ ਹੀ ਸਿੱਖ ਧਰਮ ਵਿੱਚ ਇਸ ਗੱਲ ਉੱਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਹੇ ਇਨਸਾਨ, ਉੱਠ, ਉੱਦਮ ਕਰ, ਮਿਹਨਤ ਕਰ, ਨੇਕ ਬਣ, ਗੁਰਬਾਣੀ ਪੜ੍ਹ, ਸਿਮਰਨ ਕਰ, ਆਪਣੇ ਕਰਤਾਰ ਨੂੰ ਮਿਲ। ਮਨੁੱਖਾ ਜਨਮ ਤੈਨੂੰ ਵਿਹਲੇ ਬੈਠਣ ਵਾਸਤੇ ਨਹੀਂ ਮਿਲਿਆ। ਸਵਾਸ ਸਵਾਸ ਉੱਤੇ ਪਹਿਰਾ ਦੇ, ਹਰੀ ਦਾ ਸਿਮਰਨ ਕਰ, ਹਰੀ ਦੇ ਗੁਣ ਗਾ, ਦਸਾਂ ਨਵਾਂ ਦੀ ਕਮਾਈ ਕਰ, ਉਸ ਵਿੱਚੋਂ ਆਪਣਾ ਨਿਰਵਾਹ ਵੀ ਕਰ ਤੇ ਹੋਰ ਲੋੜਵੰਦਾਂ ਦੀ ਵਿੱਤ ਅਨੁਸਾਰ ਮਦਦ ਵੀ ਕਰ। ਪਰ ਉਪਕਾਰ ਦਾ ਜੀਵਨ ਬਤੀਤ ਕਰ। ਜ਼ਿੰਦਗੀ ਇੱਕ ਮਿਹਨਤ ਅਤੇ ਮੁਸ਼ੱਕਤ ਦਾ ਨਾਮ ਹੈ, ਵਿਹਲੇ, ਨਿਕੰਮੇ ਤੇ ਹੱਡ ਹਰਾਮੀ ਬਣਨ ਦਾ ਨਾਮ ਨਹੀਂ। ਗੁਰੂ ਜੀ ਇਸ ਤਰ੍ਹਾਂ ਆਖਦੇ ਨੇ, ਉੱਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਾਂ ਫਿਰ ਸਤਿਗੁਰੂ ਇਸ ਤਰ੍ਹਾਂ ਵੀ ਪ੍ਰੇਰਣਾ ਕਰਦੇ ਨੇ, ਸੁਣ ਸਖੀਏ ਮਿਲ ਉਦਮ ਕਰੇ ਹਾਂ, ਮਨਾਏ ਲੈ ਹਰ ਕੰਤੈ। ਅਥਵਾ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਅਖੀਰ ਵਿੱਚ ਸ਼ਲੋਕ ਵਿੱਚ ਫਰਮਾਉਂਦੇ ਨੇ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਅਥਵਾ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੌੜੀ ਰਾਗ ਵਿੱਚ ਦੋ ਥਾਵਾਂ ਤੇ ਵੱਖ-ਵੱਖ ਇਸ ਤਰ੍ਹਾਂ ਆਖਿਆ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਅਥਵਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹਨਾਂ ਸਾਰੀਆਂ ਵਿਚਾਰਾਂ ਦਾ ਭਾਵ ਇਹ ਹੋਇਆ ਕਿ ਸਿੱਖ ਧਰਮ ਵਿੱਚ ਇਹਨਾਂ ਦੋਹਾਂ ਉਪਦੇਸ਼ਾਂ ਉੱਤੇ ਬਹੁਤ ਜ਼ੋਰ ਹੈ ਤੇ ਪਹਿਲੇ ਸੱਚ ਦੇ ਖੋਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਉਪਦੇਸ਼ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ, ਕਿਉਂਕਿ ਇਹ ਦੋਵੇਂ ਉਪਦੇਸ਼ ਇੱਕ ਦੂਸਰੇ ਦੇ ਵਿਰੋਧੀ ਜਾਪਦੇ ਨੇ। ਜੇਕਰ ਇਹ ਵੀ ਸੱਚ ਹੈ
कि काल ना मिलियो, सेव ना मिलियो, मिलियो आया चिंता, तां फिर सुन सखीए मिल उद्यम करे हा, मनाए ले हर कंतै। इस गल दी की लोड़ है? जेकर साडा कीता कुछ भी नहीं होना तां फिर यतन क्यों करिए, मुशक्कत क्यों घालीए, मत्था क्यों रगड़ीए, क्यों वंड के छकीए, क्यों कुर्बानी करिए? सेवा करन दी लोड़ की है? चंगी तरह विचारन नाल पता लगेगा कि श्री गुरु ग्रंथ साहिब जी विच ये दोवें उपदेश ਵੱਖ-ਵੱਖ दो अवस्थावां दे सिखां वास्ते लिखे गए ने, जिन्हां दी अवस्था विच पहली जमात दे विद्यार्थी ਅਤੇ MA दी जमात दे विद्यार्थी दी समझ वाला फर्क है। डॉक्टर दे कोल मरीज वेखण समय जे कोई बह जाए तां वेखण वाले नूं लगेगा भी डॉक्टर बड़ियां अजीब गल्लां करदा है। किसे मरीज नूं सेक करन वास्ते कहंदा है ते किसे दे सिर ते बर्फ रखण दीयां गल्लां करदा है। कदे किसे नूं ठंडियां चीज़ां खाण दा हुक्म करदा है ते किसे नूं गर्म चीज़ां खाण दीयां गल्लां करदा है। किसे नूं ठंडियां चीज़ां खाण दे लई आखदा है ते किसे नूं गर्म चीज़ां खाण दी हिदायत करदा है। डॉक्टर दा मरीज़ां नूं इस तरह दी राय देना इस वास्ते ठीक अते जायज़ है कि मरीज़ां दीयां तकलीफां, बीमारियां ते जरूरतां वख-वख तरह दीयां हुंदियां ने। इसे तरह सरीरक रोग भी वख-वख हुंदे ने ते उन्हां दा इलाज भी वखो-वख हुंदा है। इसे तरह मन दे रोग भी भांत-भांत दे हुंदे ने ते उन्हां नूं दूर करन दे तरीके भी एक नहीं हो सकदे। एक दवाई किसी खास किस्म के मरीजों वास्ते तो बड़ी लाभदायक हो सकती है, पर वह दवाई दूसरी मर्ज वाले मरीज विच जहर का असर कर सकती है। कई बीमारियां विच संखिया भाव जहर अमृत वर्गी साबित हुंदी है। फणीयर सप दे जहर तो अजकल डॉक्टरां ने अनेक तरह के टीके तैयार कीते ने जो कि शरीर दीयां दर्दां ते बीमारियां नूं दूर करन विच सचमुच अमृत वर्गा काम करदे ने। इसे तरह धर्म ग्रंथां विच जां महान पुरुषां दे बचनां विच जिथे किते स्वै विरोधी ख्याल प्रतीत होण उत्थे काले पै के नुक्ताचीनी करनी, इस दी बजाय उन्हां विचारां दी तह तक पहुंचण दा यतन करना चाहिदा है। श्री गुरु ग्रंथ साहिब जी विचों आम लोकां नूं धर्म दीयां सारियां अवस्थावां तो जाणू होण दी लोड़ नहीं। अपनी अवस्था अनुसार उपदेशां नूं ग्रहण करना चाहिदा है ते अपनी समझ तो परे दे उपदेशां नूं केवल समझण वास्ते कोशिश नहीं करनी चाहिदी। इस तरह करना ये ओहो जी गलती होवेगी जिहड़ी गलती पहली जमात दा विद्यार्थी MA दीयां किताबां नूं समझण दी कोशिश करन विच करेगा। MA दीयां किताबां BA पास करन मगरों ही समझ आ सकदियां ने। पहला समझण दी कोशिश करन वाले बंदे नूं परेशान ते निराश ही करनगियां। इस तरह सच दे खोजी दी अपनी खोज दे शुरू विच ही अंतिम सच्चाई नूं समझ लैण दी गल करना यह ख्याल उस नूं मायूस कर देवेगा। मिसाल दे तौर ते सच दी अंतिम खोज यह है कि न किछ जन्मै न किछ मरै, आपन चलत आप ही करै, जां फिर हर जन हर हर होया नानक हर इको। पर इस महा सच्चाई दी पहली अवस्था दे खोजी नूं किवें समझ आवेगी? उसदा पहला पहल इस सच्चाई नूं समझण दी कोशिश करना अपना समा खराब करन ते खोज वल्लों निराश होण वाली गल है। सिख धर्म दी आखिरी पौड़ी उत्ते चढ़िया खोजी नूं इह गल सुते सिद्ध ही समझ विच आ जांदी है कि संसार दी रचना दी तह विच करतार दी विਉਂਤਬੰਦੀ भाव करतार दा प्रोग्राम ते डिजाइन काम कर रहा है। पत्ता पत्ता वाहिगुरू दी रज़ा विच
ਜਾਂ ਉਸ ਦੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਹਿੱਲਦਾ ਹੈ। ਉਸ ਨੂੰ ਆਪਣੀ ਸੇਵਾ, ਆਪਣੀ ਘਾਲਣਾ, ਆਪਣੇ ਯਤਨਾਂ ਦੀ ਤਹਿ ਵਿੱਚ ਵਾਹਿਗੁਰੂ ਦੀ ਪ੍ਰੇਰਣਾ ਜਾਂ ਉਸ ਦਾ ਹੱਥ ਪ੍ਰਤੀਤ ਹੁੰਦਾ ਹੈ। ਪਰ ਜੇ ਉਹ ਸ਼ੁਰੂ ਵਿੱਚ ਹੀ ਹੁਕਮ ਦੀ ਫਿਲਾਸਫੀ ਨੂੰ ਸਮਝਣਾ ਚਾਹੁੰਦਾ ਤਾਂ ਹੋ ਸਕਦਾ ਸੀ ਕਿ ਕਿਸੇ ਤਰ੍ਹਾਂ ਵਿਹਲਾ ਜਾਂ ਨਿਕੰਮਾ ਹੱਡ ਹਰਾਮੀ ਬਣ ਕੇ ਬਹਿ ਜਾਂਦਾ। ਹੁਕਮ ਜਾਂ ਭਾਣੇ ਦੀ ਫਿਲਾਸਫੀ ਬੜੀ ਡੂੰਘੀ ਸੱਚਾਈ ਹੈ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਸ਼ੁਰੂ ਵਿੱਚ ਇਨਸਾਨ ਨੂੰ ਬਹੁਤ ਨਿਰਾਸ਼ ਕਰਦੀ ਹੈ ਤੇ ਉਸ ਦੀ ਆਤਮਿਕ ਤਰੱਕੀ ਵਿੱਚ ਰੋੜਾ ਬਣ ਸਕਦੀ ਹੈ। ਪਰ ਜਦੋਂ ਗੁਰਸਿੱਖ ਸਿਮਰਨ ਦੁਆਰਾ ਅਨੁਭਵ ਦੇ ਨੇਤਰਾਂ ਨਾਲ ਅੰਦਰ ਦੀ ਘਟਨਾ ਨੂੰ ਦੇਖਣ ਦਾ ਆਦੀ ਹੋ ਜਾਏ ਤਾਂ ਉਹ ਖੁਦ ਵੇਖੇਗਾ ਕਿ ਕਿਵੇਂ ਸੰਸਾਰ ਦੀ ਸਾਰੀ ਕਾਰ ਹੁਕਮ ਵਿੱਚ ਵੀ ਚੱਲਦੀ ਹੈ ਤੇ ਹਰ ਜੀਵ ਵੀ ਕਿਵੇਂ ਸੁਤੰਤਰਤਾ ਨਾਲ ਆਪਣੀ ਕਿਸਮਤ ਆਪ ਘੜ ਰਿਹਾ ਹੈ। ਜੀਵ ਨੂੰ ਫੁਰਨੇ ਬ੍ਰਹਮ ਵਿੱਚੋਂ ਕਿਸੇ ਖਾਸ ਨਿਯਮਾਂ ਦੇ ਅਨੁਸਾਰ ਆਉਂਦੇ ਨੇ। ਇਸ ਜੀਵ ਨੂੰ ਤਸਵੀਰ ਦਾ ਦੂਸਰਾ ਪਾਸਾ ਨਾ ਦਿਸਣ ਕਰਕੇ ਉਹ ਇਹਨਾਂ ਫੁਰਨਿਆਂ ਦਾ ਕਰਤਾ ਆਪਣੇ ਆਪ ਨੂੰ ਸਮਝਦਾ ਹੈ। ਇਹਨਾਂ ਫੁਰਨਿਆਂ ਦੇ ਅਧੀਨ ਹੀ ਜੀਵ ਦੀ ਸਾਰੀ ਕਿਰਿਆ ਕਾਇਮ ਹੈ। ਜੋ ਕੁਝ ਵੀ ਇਨਸਾਨ ਕਰਦਾ ਹੈ ਉਹ ਆਪਣੇ ਖਿਆਲਾਂ ਦੀ ਪ੍ਰੇਰਣਾ ਦੇ ਅਨੁਸਾਰ ਕਰਦਾ ਹੈ। ਪਰ ਇਹਨਾਂ ਖਿਆਲਾਂ ਦੀ ਅਸਲ ਉਤਪਤੀ ਕਿਸੇ ਅਦ੍ਰਿਸ਼ਟ ਅਸਥਾਨ ਤੋਂ ਹੁੰਦੀ ਹੈ। ਜੀਵ ਜੋ ਕੁਝ ਕਰਦਾ ਹੈ ਉਹ ਇਸ ਅਦ੍ਰਿਸ਼ਟ ਅਤੇ ਅਗੋਚਰ ਸਥਾਨ ਤੋਂ ਫੁਰਨਿਆਂ ਦੀ ਸ਼ਕਲ ਵਿੱਚ ਰਹਿਨੁਮਾਈ ਦੀ ਪ੍ਰੇਰਣਾ ਅਨੁਸਾਰ ਕਰਦਾ ਹੈ। ਪਰ ਕਿਉਂਕਿ ਉਸ ਨੂੰ ਅਦ੍ਰਿਸ਼ਟ ਅਤੇ ਅਗੋਚਰ ਹਸਤੀ ਦਾ ਗਿਆਨ ਹੀ ਨਹੀਂ, ਇਸ ਲਈ ਉਹ ਸਮਝਦਾ ਹੈ ਕਿ ਉਹ ਆਪਣੇ ਫੁਰਨਿਆਂ ਦਾ ਕਰਤਾ ਆਪ ਹੈ। ਜਿਵੇਂ ਪਾਣੀ ਵਿੱਚ ਬੁਲਬੁਲੇ ਤੇ ਤਰੰਗਾਂ ਹਵਾ ਦੇ ਛੋਹਣ ਨਾਲ ਪੈਦਾ ਹੁੰਦੀਆਂ ਨੇ, ਪਰ ਉਤੋਂ ਇਸ ਤਰ੍ਹਾਂ ਹੀ ਲੱਗਦਾ ਕਿ ਪਾਣੀ ਇਹਨਾਂ ਬੁਲਬੁਲਿਆਂ ਤੇ ਤਰੰਗਾਂ ਨੂੰ ਖੁਦ ਪੈਦਾ ਕਰ ਰਿਹਾ। ਜੇ ਹਵਾ ਨਾ ਹੋਵੇ ਤਾਂ ਪਾਣੀ ਵਿੱਚ ਆਪਣੇ ਆਪ ਬੁਲਬੁਲੇ ਜਾਂ ਤਰੰਗਾਂ ਪੈਦਾ ਕਰਨ ਦੀ ਸ਼ਕਤੀ ਹੀ ਨਹੀਂ। ਇਸੇ ਤਰ੍ਹਾਂ ਇਨਸਾਨ ਭਾਵੇਂ ਸਮਝਦਾ ਹੈ ਕਿ ਉਸ ਦੇ ਦਿਮਾਗ ਵਿੱਚ ਖਿਆਲਾਂ ਦੀਆਂ ਤਰੰਗਾਂ ਕਿਸੇ ਨਾਮਾਲੂਮ ਹਉਮੈ ਦੀ ਪ੍ਰੇਰਣਾ ਨਾਲ ਉਪਜਦੀਆਂ ਨੇ। ਇਨਸਾਨ ਦੇ ਸੋਚਣ ਦਾ ਢੰਗ ਕੀ ਹੈ, ਭਾਵ ਸਾਈਕਾਲੋਜੀ ਆਫ ਥਿੰਕਿੰਗ ਕੀ ਹੈ? ਜਦੋਂ ਇਨਸਾਨ ਕਿਸੇ ਮੁਸ਼ਕਲ ਮਾਮਲੇ ਨੂੰ ਸੋਚਣ ਬਹਿੰਦਾ ਤਾਂ ਉਸ ਦੇ ਅੰਦਰ ਕੀ ਵਾਪਰਦਾ ਹੈ? ਉਸ ਦੇ ਦਿਮਾਗ ਵਿੱਚ ਸੋਚਦਿਆਂ ਅੰਦਰੋਂ ਕਿਸੇ ਨਾਮਾਲੂਮ ਸੋਮੇ ਤੋਂ, ਭਾਵ ਅਨਨੋਨ ਸੋਰਸ ਤੋਂ ਇੱਕ ਖਿਆਲ, ਭਾਵ ਫਲੈਸ਼ ਆਫ ਆਈਡੀਆ ਪੈਦਾ ਹੁੰਦਾ ਹੈ, ਜਿਸ ਦੀ ਇਨਸਾਨੀ ਸਮਝ ਵਿੱਚ ਤਰਜਮਾਨੀ ਉਸ ਦਾ ਦਿਮਾਗ ਕਰਕੇ ਰੱਖ ਦਿੰਦਾ ਹੈ ਤੇ ਬੰਦਾ ਕਹਿਣ ਲੱਗ ਪੈਂਦਾ, ਮੈਂ ਮੁਸ਼ਕਲ ਹੱਲ ਕਰ ਲਈ ਹੈ ਤੇ ਮੈਨੂੰ ਇਸ ਦੇ ਹੱਲ ਦਾ ਪਤਾ ਲੱਗ ਗਿਆ। ਅਸਲ ਖਿਆਲ ਹਮੇਸ਼ਾ ਇਨਸਾਨ ਦੇ ਦਿਮਾਗ ਵਿੱਚ ਕਿਸੇ ਨਾਮਾਲੂਮ ਪਾਸਿਓਂ ਆਉਂਦੇ ਨੇ, ਭਾਵ ideas are being generated by some unknown region ਤੇ ਉਹਨਾਂ ਦੀ ਇਨਸਾਨੀ ਸਮਝ ਵਿੱਚ ਤਰਜਮਾਨੀ ਇਨਸਾਨ ਦਾ ਦਿਮਾਗ ਕਰਦਾ ਹੈ। ਯਾਦ ਰੱਖਣ ਵਾਲੀ ਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਨਸਾਨ ਦਾ ਦਿਮਾਗ ਬ੍ਰਹਮ ਵਿੱਚੋਂ ਆ ਰਹੇ ਖਿਆਲਾਂ ਦੀ ਆਪਣੇ ਵਿੱਤ ਅਨੁਸਾਰ ਕੇਵਲ ਤਰਜਮਾਨੀ ਕਰਦਾ ਹੈ, ਭਾਵ ਸਿਰਫ ਤੇ ਸਿਰਫ ਉਹਨਾਂ ਖਿਆਲਾਂ ਨੂੰ ਆਪਣੇ ਹਿਸਾਬ ਨਾਲ ਐਕਸਪਲੇਨ ਕਰਦਾ ਹੈ, ਉਹਨਾਂ ਨੂੰ ਖੁਦ ਘੜਦਾ ਜਾਂ ਪੈਦਾ ਨਹੀਂ ਕਰਦਾ। ਜਿਵੇਂ ਟਾਈਪ ਦੀ ਮਸ਼ੀਨ ਆਪਣੇ ਆਪ ਟਾਈਪ ਨਹੀਂ ਕਰ ਸਕਦੀ, ਜਦੋਂ ਤੁਸੀਂ ਚਾਹੋ ਉਦੋਂ ਉਸ ਨੂੰ ਖੋਲ ਕੇ ਉਸ ਤੋਂ ਟਾਈਪ ਦਾ ਕੰਮ ਲੈ ਸਕਦੇ ਹੋ। ਇਸੇ ਤਰ੍ਹਾਂ ਇਨਸਾਨੀ ਦਿਮਾਗ ਕੁਝ ਖੁਦ ਨਹੀਂ ਸੋਚ ਸਕਦਾ। ਇਹ ਤੇ ਇੱਕ ਆਰਗਨ ਹੈ ਜਾਂ ਮਸ਼ੀਨ ਹੈ ਜਿਸ ਵਿੱਚ ਉਹ ਖਿਆਲ ਤਰੰਗਾਂ ਆ ਸਕਦੀਆਂ ਨੇ ਜੋ ਦਿਮਾਗ ਦੇ ਪਿੱਛੇ ਬਿਰਾਜ ਰਹੀ ਪਰਮ ਆਤਮਾ ਵੱਲੋਂ ਦਿਮਾਗ ਨੂੰ ਭੇਜੀਆਂ ਜਾਣ। ਬ੍ਰਹਮ ਜਾਂ ਪਰਮ ਆਤਮਾ ਵਿੱਚੋਂ ਫੁਰਨਿਆਂ ਦੇ ਆਉਣ ਦਾ ਇਨਸਾਨੀ ਦਿਮਾਗ ਕੇਵਲ ਇੱਕ ਵਸੀਲਾ ਹੈ।
ਜਦੋਂ ਅਸੀਂ ਦਿਮਾਗ ਦੀ ਇਸ ਫਿਤਰਤ ਨੂੰ ਸਮਝ ਲਈਏ ਤਾਂ ਸਾਨੂੰ ਮਹਾਰਾਜ ਦੇ ਇਹ ਬਚਨ ਸਮਝ ਆ ਜਾਣਗੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਤੇ ਜਦੋਂ ਅਸੀਂ ਅਭਿਆਸੀ ਬਣ ਜਾਈਏ ਤੇ ਰੋਜ਼ ਆਪਣੇ ਦਿਮਾਗ ਵਿੱਚ ਇਹ ਘਟਨਾ ਵਰਤਦੀ ਪ੍ਰਤੱਖ ਵੇਖੀਏ ਤਾਂ ਸਾਨੂੰ ਇਸ ਸੱਚਾਈ ਉੱਤੇ ਪੂਰਨ ਨਿਸ਼ਚਾ ਆ ਜਾਏਗਾ। ਪਰ ਆਪਣੇ ਵਾਸਤੇ ਇਹ ਅਵਸਥਾ ਪੈਦਾ ਕਰ ਲੈਣੀ ਕੋਈ ਆਸਾਨ ਕੰਮ ਨਹੀਂ। ਅਨੇਕਾਂ ਸਾਲਾਂ ਦੀ ਇਕਾਗਰਤਾ ਦੇ ਅਭਿਆਸ ਤੋਂ ਬਾਅਦ ਜਦੋਂ ਇਨਸਾਨ ਦਾ ਮਨ ਅੰਤਰਮੁਖੀ ਹੁੰਦਾ ਹੈ ਨਾ, ਤੇ ਆਪਣੀ ਬੁਨਿਆਦ ਨੂੰ ਵੇਖਣੀ ਸ਼ੁਰੂ ਕਰਦਾ ਹੈ, ਉਦੋਂ ਜਾ ਕੇ ਇਹ ਘਟਨਾ ਵਾਪਰਦੀ ਹੈ। ਇਸ ਵਾਸਤੇ ਆਤਮ ਮਾਰਗ ਦੀਆਂ ਪਹਿਲੀਆਂ ਅਵਸਥਾਵਾਂ ਦੇ ਪਾਂਧੀਆਂ ਨੂੰ, ਜੋ ਕਿ 95% ਦੇ ਕਰੀਬ ਨੇ, ਉਹਨਾਂ ਦੇ ਚਰਨਾਂ ਵਿੱਚ ਮੇਰੀ ਇਹ ਸਿਫਾਰਿਸ਼ ਹੈ ਕਿ ਸ਼ੁਰੂ ਵਿੱਚ ਆਪਣੀ ਰੁਚੀ ਬਜਾਏ ਧਰਮ ਦੇ ਡੂੰਘੇ ਮਸਲਿਆਂ ਨੂੰ ਸਮਝਣ ਵੱਲ ਲਾਉਣ ਦੇ, ਉਹਨਾਂ ਨੂੰ ਧਰਮ ਦੀਆਂ ਮੁੱਢਲੀਆਂ ਤੇ ਆਸਾਨ ਹਿਦਾਇਤਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਬਜਾਏ ਫਿਲਾਸਫਰ ਬਣਨ ਦੇ ਸਿਮਰਨ ਅਭਿਆਸੀ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਸ ਸਮੇਂ ਦੇ ਆਉਣ ਦੀ ਸਬਰ ਤੇ ਸ਼ੌਕ ਨਾਲ ਉਡੀਕ ਕਰਨੀ ਚਾਹੀਦੀ ਹੈ ਜਦੋਂ ਕਿ ਧਰਮ ਦੇ ਮੁਸ਼ਕਲ ਤੋਂ ਮੁਸ਼ਕਲ ਮਸਲਿਆਂ ਦੀ ਵੀ ਸਹਿਜ ਸੁਭਾਅ ਸਮਝ ਆ ਜਾਂਦੀ ਹੈ। ਗੁਰਮੁਖ ਅਤੇ ਮਨਮੁਖ। ਸੰਸਾਰ ਵਿੱਚ ਅਨੇਕ ਪ੍ਰਕਾਰ ਦਾ ਗਿਆਨ ਹੈ, ਪਰ ਇਸ ਨੂੰ ਹਾਸਲ ਕਰਨ ਦਾ ਕੇਵਲ ਇੱਕੋ ਤਰੀਕਾ ਹੈ। ਇਨਸਾਨ ਨੇ ਜਿਤਨਾ ਵੀ ਗਿਆਨ ਹਾਸਲ ਕੀਤਾ, ਉਸ ਨੂੰ ਸਮਝਣਾ ਤੇ ਫਿਰ ਉਸ ਵੱਲੋਂ ਜੋ ਕੁਝ ਹੋ ਸਕੇ ਉਸ ਵਿੱਚ ਵਾਧਾ ਕਰਨਾ। ਇਨਸਾਨ ਦਾ ਸਾਰਾ ਗਿਆਨ, ਸਾਰੀ ਨੌਲੇਜ ਇਸੇ ਤਰੀਕੇ ਤੇ ਕਾਇਮ ਹੈ ਤੇ ਇਸੇ ਤਰੀਕੇ ਨਾਲ ਵਧਿਆ। ਜਿਹੜਾ ਵੀ ਮਨੁੱਖ ਗਿਆਨ ਦਾ ਚਾਹਵਾਨ ਹੈ, ਉਹ ਜਿਸ ਕਿਸਮ ਦਾ ਗਿਆਨ ਹਾਸਲ ਕਰਨਾ ਚਾਹਵੇ, ਪਹਿਲਾਂ ਉਸ ਸੰਬੰਧੀ ਇਨਸਾਨ ਦੀ ਅੱਗੇ ਕੀਤੀ ਪੜਚੋਲ ਨੂੰ ਪਹਿਲਾਂ ਸਮਝੇਗਾ, ਫਿਰ ਜਾਚੇਗਾ ਤੇ ਫਿਰ ਹਾਸਲ ਕਰੇਗਾ। ਰਾਗ ਵਿਦਿਆ ਨੂੰ ਸਿੱਖਣ ਵਾਲਾ ਜ਼ਰੂਰੀ ਹੈ ਕਿ ਕਿਸੇ ਰਾਗੀ ਜਾਂ ਰਾਗ ਸੰਬੰਧੀ ਲਿਖੀ ਹੋਈ ਕਿਤਾਬ ਦੀ ਸਹਾਇਤਾ ਲਵੇ। ਜੇ ਉਹ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਕਰਦਾ ਤਾਂ ਉਹ ਰਾਗ ਵਿਦਿਆ ਦਾ ਗਿਆਨ ਹਾਸਲ ਨਹੀਂ ਕਰ ਸਕਦਾ, ਰਾਗੀ ਨਹੀਂ ਬਣ ਸਕਦਾ। ਗੁਰਮੁਖ ਵਿਅਕਤੀ ਆਤਮ ਗਿਆਨ ਦਾ ਅਭਿਆਸੀ ਹੁੰਦਾ ਹੈ। ਇਸ ਵਾਸਤੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਦੇ ਬਚਨ ਸੁਣਦਾ ਹੈ, ਸਮਝਦਾ ਹੈ, ਤੋਲਦਾ ਹੈ, ਜਾਚਦਾ ਹੈ ਤੇ ਫਿਰ ਉਹਨਾਂ ਬਚਨਾਂ ਅਨੁਸਾਰ ਅਮਲ ਕਰਕੇ ਆਤਮ ਗਿਆਨੀ ਬਣ ਜਾਂਦਾ ਹੈ। ਜੇਕਰ ਕੋਈ ਰਾਗ ਸਿੱਖਣ ਦਾ ਚਾਹਵਾਨ ਰਾਗੀ ਪਾਸੋਂ ਰਾਗ ਸਿੱਖਣ ਦੀ ਇੱਛਾ ਤਾਂ ਪ੍ਰਗਟ ਕਰੇ, ਪਰ ਜਦੋਂ ਰਾਗੀ ਉਸ ਨੂੰ ਦੱਸੇ ਕਿ ਰਾਗ ਦੀਆਂ ਕੁੱਲ 7 ਸੁਰਾਂ ਹੁੰਦੀਆਂ ਨੇ, ਤਾਂ ਉਹ ਰਾਗੀ ਦੇ ਬਚਨ ਤੇ ਵਿਸ਼ਵਾਸ ਹੀ ਨਾ ਕਰੇ ਤੇ ਆਖੇ 7 ਸੁਰਾਂ ਕਿਉਂ ਹੁੰਦੀਆਂ ਨੇ, 7 ਤੋਂ ਵੱਧ ਕਿਉਂ ਨਹੀਂ ਹੁੰਦੀਆਂ, ਜਾਂ ਰਾਗੀ ਦੀ ਹਰੇਕ ਗੱਲ ਤੇ ਇਤਰਾਜ਼ ਕਰੇ, ਤਾਂ ਉਹ ਰਾਗ ਵਿਦਿਆ ਹਾਸਲ ਨਹੀਂ ਕਰ ਸਕਦਾ। ਜੇ ਕਰੇਗਾ ਵੀ ਤੇ ਸਿਰ ਖਪਾਈ ਕਰਕੇ ਬਹੁਤ ਦੇਰ ਨਾਲ। ਗਿਆਨ ਭਾਵੇਂ ਕਿਸੇ ਕਿਸਮ ਦਾ ਵੀ ਕਿਉਂ ਨਾ ਹੋਵੇ, ਹਾਸਲ ਕਰਨ ਵਾਸਤੇ ਜਿਸ ਪਾਸ ਜਾਓ ਉਸ ਦੇ ਬਚਨਾਂ ਉੱਤੇ ਪਹਿਲੋਂ ਵਿਸ਼ਵਾਸ ਕਰਨਾ ਬੜਾ ਜ਼ਰੂਰੀ ਹੈ। ਗਿਆਨ ਹਾਸਲ ਕਰਨ ਦੀ ਇਹ ਮੁੱਢਲੀ ਤੇ ਨਾ ਤੋੜੇ ਜਾ ਸਕਣ ਵਾਲੀ ਇੱਕ ਸ਼ਰਤ ਹੈ। ਇਸ ਤੋਂ ਬਿਨਾਂ ਕਿਸੇ ਪ੍ਰਕਾਰ ਦਾ ਕੋਈ ਗਿਆਨ ਹਾਸਲ ਨਹੀਂ ਹੋ ਸਕਦਾ। ਆਤਮ ਮਾਰਗ ਦਾ ਪੰਧੀ ਗੁਰਮੁਖ ਗੁਰੂ ਘਰ ਦੇ ਬਚਨਾਂ ਵਿੱਚ ਵਿਸ਼ਵਾਸ ਰੱਖਦਾ ਹੋਇਆ ਗੁਰੂ ਦੀ ਮਦਦ ਅਤੇ ਕਿਰਪਾਲਤਾ ਨਾਲ ਇੱਕ ਦਿਨ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਸ ਦੇ ਸਾਰੇ ਸ਼ੰਕੇ, ਸਾਰੇ ਇਤਰਾਜ਼ ਤੇ ਸਾਰੇ ਭਰਮ ਦੂਰ ਹੋ ਜਾਂਦੇ ਨੇ। ਗੁਰਮੁਖ ਤੇ ਮਨਮੁਖ ਵਿੱਚ ਸਭ ਤੋਂ ਵੱਡਾ ਫਰਕ ਇਹ ਹੀ ਹੁੰਦਾ ਹੈ ਕਿ ਗੁਰਮੁਖ ਆਪਣੇ ਸ਼ੰਕਿਆਂ ਨੂੰ ਸਾਂਭ ਕੇ ਰੱਖਦਾ ਤੇ ਗੁਰੂ ਦੇ ਕਹਿਣ ਅਨੁਸਾਰ ਅਮਲ ਕਰਨਾ ਸ਼ੁਰੂ ਕਰ ਦਿੰਦਾ ਹੈ। ਮਨਮੁਖ ਵਿੱਚ ਇਹ ਜਿਗਰਾ ਨਹੀਂ ਹੁੰਦਾ,
ਕਿ ਉਹ ਆਪਣੇ ਸ਼ੰਕਿਆਂ ਜਾਂ ਭਰਮਾਂ ਨੂੰ ਕੁਝ ਸਮੇਂ ਵਾਸਤੇ ਸਾਂਭ ਕੇ ਰੱਖੇ ਤੇ ਗੁਰੂ ਦੀ ਸਿੱਖਿਆ ਤੇ ਤੁਰ ਸਕਦਾ ਹੋਵੇ। ਗੁਰਮੁਖ ਉਹ ਨਹੀਂ ਜਿਸ ਦੇ ਮਨ ਵਿੱਚ ਕਿਤੇ ਸ਼ੰਕੇ ਜਾਂ ਭਰਮ ਪੈਦਾ ਹੀ ਨਾ ਹੋਣ। ਇਹ ਤਾਂ ਸਗੋਂ ਇਨਸਾਨੀ ਸੁਭਾਅ ਦੇ ਖਿਲਾਫ ਹੈ। ਪਰ ਗੁਰਮੁਖ ਬੰਦੇ ਵਿੱਚ ਨਾ ਉਡੀਕ ਕਰਨ ਦੀ ਸ਼ਕਤੀ ਭਾਵ ਸਹਿਨਸ਼ੀਲਤਾ ਬੜੀ ਹੁੰਦੀ ਹੈ। ਉਹ ਆਪਣੇ ਸ਼ੰਕਿਆਂ ਨੂੰ ਨੋਟ ਕਰਕੇ ਰੱਖਦਾ ਹੈ, ਪਰ ਕਰਦਾ ਉਹ ਕੁਝ ਹੈ ਜੋ ਗੁਰੂ ਦੱਸੇ ਅਤੇ ਪੂਰਨ ਵਿਸ਼ਵਾਸ ਨਾਲ ਕਰਦਾ ਹੈ। ਇਸ ਖਾਸੀਅਤ ਦੇ ਸਦਕਾ ਇੱਕ ਦਿਨ ਉਹ ਆਪਣੇ ਸਾਰੇ ਸ਼ੰਕੇ ਅਤੇ ਸਾਰੇ ਭਰਮ ਦੂਰ ਹੋਏ ਵੇਖਦਾ ਹੈ। ਮਨਮੁਖ ਵਿੱਚ ਉਡੀਕਣ ਦਾ ਮਾਦਾ ਨਹੀਂ ਹੁੰਦਾ, ਭਾਵ ਮਨਮੁਖ ਵਿੱਚ ਸਹਿਨਸ਼ੀਲਤਾ ਨਹੀਂ ਹੁੰਦੀ। ਉਹ ਚਾਹੁੰਦਾ ਹੈ ਕਿ ਪਹਿਲਾਂ ਮੇਰੇ ਭਰਮ ਜਾਂ ਸ਼ੰਕੇ ਨਿਵਰਤ ਹੋਣ ਤੇ ਫਿਰ ਮੈਂ ਗੁਰੂ ਦੀ ਗੱਲ ਤੇ ਵਿਸ਼ਵਾਸ ਕਰਾਂਗਾ। ਉਸ ਦਾ ਇਸ ਤਰ੍ਹਾਂ ਕਰਨਾ ਸਾਇੰਟਿਫਿਕ ਤਰੀਕਾ ਨਹੀਂ। ਰਾਗ ਸਿੱਖਣ ਤੋਂ ਪਹਿਲਾਂ ਕਿਵੇਂ ਸਮਝਾਇਆ ਜਾ ਸਕਦਾ ਹੈ ਕਿ ਕੁੱਲ 7 ਸੁਰਾਂ ਹੀ ਹੁੰਦੀਆਂ ਨੇ, ਘੱਟ ਜਾਂ ਵੱਧ ਨਹੀਂ ਹੁੰਦੀਆਂ। ਜੇ ਕੋਈ ਚੇਲਾ ਆਪਣੇ ਉਸਤਾਦ ਦੇ ਕਹਿਣ ਤੇ ਇਹ ਗੱਲ ਮੰਨ ਲਵੇ ਕਿ ਰਾਗ ਦੀਆਂ 7 ਸੁਰਾਂ ਹੀ ਹੁੰਦੀਆਂ ਨੇ, ਤਾਂ ਹੌਲੀ-ਹੌਲੀ ਕਿਸੇ ਦਿਨ ਉਹ ਇਸ ਅਵਸਥਾ ਤੇ ਪਹੁੰਚ ਜਾਏਗਾ ਜਦੋਂ ਉਹ ਇਹ ਗੱਲ ਸਮਝ ਲਵੇਗਾ ਕਿ ਸੱਚਮੁੱਚ ਰਾਗ ਦੀਆਂ 7 ਸੁਰਾਂ ਤੋਂ ਵੱਧ ਹੋ ਨਹੀਂ ਸਕਦੀਆਂ। ਪਰ ਰਾਗ ਸਿੱਖਣ ਤੋਂ ਪਹਿਲਾਂ ਇਹ ਗੱਲ ਕੋਈ ਕਿਸੇ ਨੂੰ ਕਿਵੇਂ ਸਮਝਾ ਸਕਦਾ ਹੈ? ਮਨੁੱਖ ਦਾ ਗਿਆਨ ਹਾਸਲ ਕਰਨ ਸੰਬੰਧੀ ਸਾਰਾ ਵਤੀਰਾ, ਸਾਰਾ ਐਟੀਚਿਊਡ ਗਲਤ ਤੇ ਅਨਸਾਇੰਟਿਫਿਕ, ਗੈਰ ਵਿਗਿਆਨਕ ਹੁੰਦਾ ਹੈ। ਉਹ ਵਿਸ਼ਵਾਸਹੀਨ ਹੋਣ ਕਰਕੇ ਸਾਰੀ ਉਮਰ ਦੀ ਭਟਕਣਾ ਮਗਰੋਂ ਵੀ ਕੁਝ ਹਾਸਲ ਨਹੀਂ ਕਰ ਸਕਦਾ, ਕੋਰੇ ਦਾ ਕੋਰਾ ਹੀ ਰਹਿੰਦਾ ਹੈ। ਗੁਰਮੁਖ ਇਸ ਦੇ ਉਲਟ ਆਤਮ ਸਾਇੰਸ ਸੰਬੰਧੀ ਆਪਣੇ ਤੋਂ ਪਹਿਲਾਂ ਕੀਤੇ ਸਾਰੇ ਇਨਸਾਨੀ ਤਜਰਬੇ ਦਾ ਆਪਣੇ ਗੁਰੂ ਰਾਹੀਂ ਫਾਇਦਾ ਉਠਾਉਂਦਾ ਹੈ ਅਤੇ ਇਨਸਾਨ ਦੀ ਸਦੀਆਂ ਦੀ ਘਾਲਣਾ ਤੋਂ ਪੈਦਾ ਹੋਏ ਨਤੀਜਿਆਂ ਨੂੰ ਗੁਰੂ ਦੇ ਵਿਸ਼ਵਾਸ ਕਰਕੇ ਥੋੜੇ ਅਰਸੇ ਵਿੱਚ ਹੀ ਸਮਝ ਲੈਂਦਾ ਹੈ। ਇਸ ਲਈ ਗੁਰਮੁਖ ਦਾ ਸਮਾਂ ਅਜਾਈਂ ਨਹੀਂ ਜਾਂਦਾ, ਉਸ ਦਾ ਹਰ ਮਿੰਟ ਸਫਲ ਹੁੰਦਾ ਹੈ। ਗੁਰਮੁਖ ਬੜਾ ਸਿਆਣਾ ਹੁੰਦਾ ਹੈ। ਉਹ ਸਮੁੰਦਰ ਤਰਨ ਵਾਸਤੇ ਕਿਸੇ ਚੰਗੇ ਮਲਾਹ ਦਾ, ਜਿਹੜਾ ਆਪ ਇਸ ਅਵਸਥਾ ਦਾ ਚੰਗਾ ਜਾਣੂ ਹੋਵੇ, ਭਾਵ ਜਿਹੜਾ ਬੰਦਾ ਐਕਸਪਰਟ ਇਨ ਦੀ ਆਰਟ ਆਫ ਨੈਵੀਗੇਸ਼ਨ ਦਾ ਮਾਹਰ ਹੋਵੇ, ਉਸ ਦਾ ਆਸਰਾ ਲੈਣਾ ਆਪਣੀ ਹੱਦ ਤੱਕ ਜਾਂ ਕਮਜ਼ੋਰੀ ਨਹੀਂ ਸਮਝਦਾ। ਉਸ ਦੀ ਇਸ ਸਿਆਣਪ ਦਾ ਨਤੀਜਾ ਇਹ ਹੁੰਦਾ ਹੈ ਕਿ ਜਿੱਥੇ ਮਨਮੁਖ ਗੋਤੇ ਖਾਂਦਾ, ਭੰਵਰ ਵਿੱਚ ਫਸਦਾ, ਡੁੱਬਦਾ, ਉੱਥੇ ਗੁਰਮੁਖ ਸਮੁੰਦਰ ਦੀ ਸੈਰ ਕਰਦਾ ਹਵਾਵਾਂ, ਝਖੜਾਂ, ਤੂਫਾਨਾਂ ਨੂੰ ਆਪਣੇ ਮਿੱਤਰ ਗੁਰਦੇਵ ਦੀ ਸਹਾਇਤਾ ਨਾਲ ਚੀਰਦਾ ਹੋਇਆ ਆਪਣੇ ਸਫ਼ਰ ਨੂੰ ਅਡੋਲ ਤੈਅ ਕਰ ਲੈਂਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਨੇ ਆਖਿਆ ਨਾ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ। ਭਾਣਾ ਸਿੱਖਾਂ ਵਿੱਚ ਆਮ ਕਰਕੇ ਲਫ਼ਜ਼ ਭਾਣਾ ਦੇ ਬਹੁਤ ਗਲਤ ਅਰਥ ਕੱਢੇ ਜਾਂਦੇ ਨੇ। ਆਮ ਸਿੱਖ ਸਮਝਦੇ ਨੇ ਕਿ ਸਾਰੀਆਂ ਮੁਸੀਬਤਾਂ, ਤਕਲੀਫਾਂ, ਦੁਰਘਟਨਾਵਾਂ ਜਿਨ੍ਹਾਂ ਉਤੇ ਇਨਸਾਨ ਦਾ ਕਾਬੂ ਨਾ ਹੋਵੇ ਜਾਂ ਜਿਨ੍ਹਾਂ ਦੀ ਇਨਸਾਨ ਨੂੰ ਸਮਝ ਨਾ ਹੋਵੇ, ਉਹ ਸਭ ਵਾਹਿਗੁਰੂ ਦੇ ਨਾਮ ਤੇ ਮੜੀਆਂ ਜਾਣ ਤੇ ਉਹਨਾਂ ਨੂੰ ਹੁਕਮ ਜਾਂ ਭਾਣਾ ਆਖਿਆ ਜਾਵੇ। ਭਾਣੇ ਦੇ ਐਸੇ ਅਰਥਾਂ ਅਨੁਸਾਰ ਇਨਸਾਨ ਦੀਆਂ ਸਭ ਨਾਕਾਮਯਾਬੀਆਂ, ਸਭ ਦੁੱਖਾਂ, ਸਭ ਤਕਲੀਫਾਂ, ਬਿਮਾਰੀਆਂ, ਲੜਾਈਆਂ, ਝਗੜੇ, ਥੋੜਾਂ, ਘਾਟਾਂ, ਚਿੰਤਾਵਾਂ, ਸੋਗ ਆਦਿ ਇਨਸਾਨੀ ਤਜਰਬੇ ਦੇ ਮਾੜੇ ਪਾਸੇ ਦਾ ਕਾਰਨ ਵਾਹਿਗੁਰੂ ਹੁੰਦਾ ਹੈ। ਇਸ ਤਰ੍ਹਾਂ ਸਮਝਣਾ ਵਾਹਿਗੁਰੂ ਨੂੰ ਨਾ ਸਮਝਣਾ ਤੇ ਉਸ ਦੇ ਸੁਭਾਅ ਤੋਂ ਵੀ ਬੜਾ ਬੇਖਬਰ ਹੋਣ ਵਾਲੀ ਗੱਲ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਦੇ ਸੁਭਾਅ ਸੰਬੰਧੀ ਇਸ ਤਰ੍ਹਾਂ ਦੱਸਿਆ ਗਿਆ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਜਪਜੀ ਸਾਹਿਬ, ਪੌੜੀ 6ਵੀਂ। ਜਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਆਖਦੇ ਨੇ, ਟੂਟੀ ਗਾਂਢਣਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੀ। ਅਥਵਾ ਮਨਸਾ ਪੂਰਨ ਸ਼ਰਣਾ ਜੋਗ, ਜਾਂ ਫਿਰ ਆਪ ਭਲਾ ਕਰਤੂਤ ਅਤ ਨੀਕੀ। ਜਾਂ ਫਿਰ ਸੂਹੀ ਰਾਗ ਵਿੱਚ ਆਖਦੇ ਨੇ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਫਿਰ ਤੇ ਸਵਾਲ ਪੈਦਾ ਹੁੰਦਾ ਕਿ ਇਹੋ ਜਿਹੇ ਗੁਣਾਂ ਜਾਂ ਸਿਫਤਾਂ ਵਾਲਾ ਵਾਹਿਗੁਰੂ ਆਪਣੇ ਜੀਵਾਂ ਨੂੰ ਤਕਲੀਫਾਂ, ਦੁੱਖ ਜਾਂ ਤਸੀਹੇ ਦੇ ਸਕਦਾ ਹੈ? ਜਾਂ ਫਿਰ ਚਿੰਤਾ, ਫਿਕਰ, ਥੋੜ ਜਾਂ ਬਿਮਾਰੀ ਵਿੱਚ ਫਸਾ ਸਕਦਾ ਹੈ? ਜਾਂ ਜੇ ਉਹ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਫਿਰ ਤਾਂ ਉਹ ਬੜਾ ਨਿਰਦਈ ਹੋਵੇਗਾ। ਆਓ ਜ਼ਰਾ ਇਸ ਖਿਆਲ ਨੂੰ ਦੀਰਘ ਦ੍ਰਿਸ਼ਟੀ ਨਾਲ ਵਿਚਾਰਨ ਦਾ ਯਤਨ ਕਰੀਏ। ਫਰਜ਼ ਕਰੋ ਕਿ ਇੱਕ ਪਿਤਾ ਦੇ 3 ਪੁੱਤਰ ਨੇ। ਪਿਤਾ ਲੱਖਾਪਤੀ ਹੈ, ਆਪਣਾ ਸਾਰਾ ਕੁਝ ਆਪਣੇ ਪੁੱਤਰਾਂ ਨੂੰ ਇੱਕੋ ਜਿਹਾ ਦੇਣਾ ਚਾਹੁੰਦਾ ਹੈ। ਫਰਜ਼ ਕਰੋ ਕਿ ਆਪਣੇ ਪੁੱਤਰਾਂ ਨੂੰ 1-1 ਲੱਖ ਰੁਪਈਆ ਦੇ ਕੇ ਆਖਦਾ, ਪੁੱਤਰੋ ਜਾਓ, ਇਸ ਰੁਪਈਏ ਨਾਲ ਤੁਸੀਂ ਆਪਣੇ ਆਪ ਨੂੰ ਜਿੰਨਾ ਸੁਖੀ ਕਰਨਾ ਚਾਹੋ ਕਰ ਲਓ। ਤੇ ਨਾਲ ਹੀ ਇਹ ਵੀ ਆਖਦਾ, ਜੇ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਮੇਰਾ ਜਾਂ ਮੇਰੇ ਸਮਝਦਾਰ ਮਿੱਤਰਾਂ ਦਾ ਸਲਾਹ ਮਸ਼ਵਰਾ ਵੀ ਲੈ ਸਕਦੇ ਹੋ ਬਈ ਇਸ ਰੁਪਈਏ ਨੂੰ ਕਿਵੇਂ ਵਰਤ ਕੇ ਤੁਸੀਂ ਵੱਧ ਤੋਂ ਵੱਧ ਸੁਖੀ ਬਣ ਸਕਦੇ ਹੋ। ਹੁਣ ਇਹਨਾਂ 3 ਪੁੱਤਰਾਂ ਵਿੱਚੋਂ 2 ਪੁੱਤਰ ਇਹੋ ਜਿਹਾ ਖਿਆਲ ਰੱਖਦੇ ਨੇ ਕਿ ਅਸੀਂ ਸੁਖ ਮਾਣ ਸਕਦੇ ਹਾਂ ਜੇ ਪਿਤਾ ਦੇ ਦਿੱਤੇ ਇਸ ਰੁਪਏ ਨੂੰ ਆਪਣੀ ਅਕਲ ਤੇ ਮਰਜ਼ੀ ਨਾਲ ਵਰਤ ਸਕੀਏ। ਜੇ ਪੈਸਾ ਪਿਤਾ ਜਾਂ ਪਿਤਾ ਦੇ ਮਿੱਤਰਾਂ ਦੀ ਸਲਾਹ ਨਾਲ ਹੀ ਵਰਤਣਾ ਹੈ ਤਾਂ ਫਿਰ ਸਾਡੀ ਆਜ਼ਾਦੀ ਕੀ ਹੋਏਗੀ? ਪਰ ਇੱਕ ਪੁੱਤਰ ਦਾ ਖਿਆਲ ਇਹ ਹੈ ਕਿ ਮੇਰਾ ਤਜਰਬਾ ਕਿਉਂਕਿ ਮੇਰੇ ਪਿਤਾ ਜੀ ਜਾਂ ਉਹਨਾਂ ਦੇ ਸਮਝਦਾਰ ਮਿੱਤਰਾਂ ਨਾਲੋਂ ਬਹੁਤ ਘੱਟ ਹੈ, ਇਸ ਲਈ ਕਿਉਂ ਨਾ ਪਿਤਾ ਤੇ ਉਸ ਦੇ ਮਿੱਤਰਾਂ ਦੇ ਲੰਮੇ ਤੇ ਪੁਰਾਣੇ ਤਜਰਬੇ ਤੋਂ ਲਾਭ ਉਠਾਇਆ ਜਾਏ। ਕਿਉਂ ਨਾ ਪਿਤਾ ਦੇ ਦਿੱਤੇ ਹੋਏ ਰੁਪਏ ਨੂੰ ਉਸ ਦੀ ਸਲਾਹ ਨਾਲ ਵਰਤਿਆ ਜਾਵੇ। ਜਦੋਂ ਪਿਤਾ ਨੂੰ ਆਪਣੇ ਪੁੱਤਰਾਂ ਦੇ ਇਹਨਾਂ ਖਿਆਲਾਂ ਦਾ ਪਤਾ ਲੱਗਦਾ ਤਾਂ ਉਹ ਬੜਾ ਗੰਭੀਰ, ਸਿਆਣਾ ਤੇ ਪੁੱਤਰਾਂ ਦਾ ਸ਼ੁਭ ਚਿੰਤਕ ਹੋਣ ਕਰਕੇ ਪੁੱਤਰਾਂ ਨੂੰ ਬੁਲਾ ਕੇ ਕਹਿੰਦਾ ਕਿ ਮੈਂ ਰੁਪਈਆ ਤੁਹਾਨੂੰ ਸੁਖੀ ਬਣਾਉਣ ਦੇ ਖਿਆਲ ਨਾਲ ਦੇ ਰਿਹਾ। ਭਾਵੇਂ ਤੁਸੀਂ ਆਪਣੀ ਮਰਜ਼ੀ ਨਾਲ ਵਰਤ ਕੇ ਸੁਖੀ ਬਣੋ, ਭਾਵੇਂ ਮੇਰੀ ਸਲਾਹ ਲੈ ਕੇ ਸੁਖੀ ਹੋਵੋ, ਮੈਨੂੰ ਤਾਂ ਤੁਹਾਡੇ ਸੁਖੀ ਵਸਣ ਵਿੱਚ ਹੀ ਖੁਸ਼ੀ ਹੈ। ਪਿਤਾ ਦੀ ਇਹ ਗੱਲ ਸੁਣ ਕੇ 2 ਪੁੱਤਰ ਤਾਂ ਪਿਤਾ ਦੇ ਦਿੱਤੇ ਰੁਪਏ ਨੂੰ ਆਪਣੀ ਮਰਜ਼ੀ ਨਾਲ ਵਰਤਦੇ ਨੇ ਤੇ ਇੱਕ ਪੁੱਤਰ ਪਿਤਾ ਦੀ ਮਰਜ਼ੀ ਤੇ ਸਲਾਹ ਨਾਲ। ਆਪਣੀ ਮਰਜ਼ੀ ਨਾਲ ਵਰਤਣ ਵਾਲੇ ਪੁੱਤਰਾਂ ਵਿੱਚੋਂ ਇੱਕ ਪੁੱਤਰ ਤਾਂ ਰੁਪਏ ਨੂੰ ਜੂਏ ਵਿੱਚ, ਲਾਟਰੀਆਂ ਵਿੱਚ ਵਿਅਰਥ ਗਵਾ ਕੇ ਕੁਝ ਸਮੇਂ ਬਾਅਦ ਬਿਲਕੁਲ ਗਰੀਬ ਹੋ ਜਾਂਦਾ ਹੈ। ਦੂਸਰਾ ਪੁੱਤਰ ਪਿਤਾ ਦੇ ਰੁਪਏ ਨਾਲ ਅਯਾਸ਼ੀ ਸ਼ੁਰੂ ਕਰਦਾ ਹੈ ਤੇ ਅਯਾਸ਼ੀ ਰਾਹੀਂ ਸੁਖੀ ਹੋਣ ਦਾ ਯਤਨ ਕਰਦਾ ਹੈ। ਸ਼ਰਾਬਖੋਰੀ ਤੇ ਵਿਵਚਾਰ ਕੁਝ ਸਮੇਂ ਮਗਰੋਂ ਉਸ ਦੀ ਸਿਹਤ ਤੇ ਪੈਸੇ ਨੂੰ ਬਰਬਾਦ ਕਰ ਦਿੰਦੇ ਨੇ ਤੇ ਮੁਥਾਜੀ ਦੀ ਹਾਲਤ ਵਿੱਚ ਹਸਪਤਾਲਾਂ ਵਿੱਚ ਰੁਲਣਾ ਸ਼ੁਰੂ ਕਰ ਦਿੰਦਾ ਹੈ। ਤੀਜਾ ਪੁੱਤਰ ਰੁਪਏ ਨੂੰ ਪਿਤਾ ਦੀ ਮਰਜ਼ੀ ਅਨੁਸਾਰ ਵਰਤਦਾ ਹੈ। ਇੱਕ ਛੋਟਾ ਜਿਹਾ ਵਪਾਰ ਕਰਦਾ ਹੈ ਜਿਸ ਦੀ ਆਮਦਨ ਇੰਨੀ ਹੋ ਜਾਏ ਕਿ ਜਿਸ ਨਾਲ ਉਹ ਆਪਣਾ ਤੇ ਆਪਣੇ ਬਾਲ ਬੱਚਿਆਂ ਦਾ ਸੋਹਣਾ ਨਿਰਵਾਹ ਕਰ ਸਕੇ। ਛੋਟਾ ਵਪਾਰ ਕਰਨ ਵਿੱਚ ਉਸ ਨੂੰ ਕਾਫੀ ਸਮਾਂ ਮਿਲ ਜਾਂਦਾ ਹੈ, ਜਿਸ ਕਰਕੇ ਉਹ ਪਵਿੱਤਰ ਤੇ ਚੰਗੇ ਜੀਵਨ ਨੂੰ ਬਣਾਉਣ ਵਾਲੀਆਂ ਕਿਤਾਬਾਂ ਪੜ੍ਹਦਾ ਹੈ
ਆਪਣੇ ਪਿਤਾ ਦੀ ਤੇ ਉਸਦੇ ਮਿੱਤਰਾਂ ਦੀ ਸੰਗਤ ਕਰਦਾ ਹੈ, ਉਹਨਾਂ ਦੇ ਤਜਰਬਿਆਂ ਨੂੰ ਵਿਚਾਰਦਾ ਹੈ ਤੇ ਜੀਵਨ ਨੂੰ ਉੱਚੇ ਅਸੂਲਾਂ ਮੁਤਾਬਕ ਢਾਲਦਾ ਹੈ। ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਤੇ ਵਿੱਦਿਆ ਦਾ ਖਿਆਲ ਰੱਖਦਾ ਹੈ। ਦਿਨ ਰਾਤ ਚਿੰਤਾ ਫਿਕਰ ਤੋਂ ਆਜ਼ਾਦ ਤੇ ਸੁਖੀ ਜੀਵਨ ਬਤੀਤ ਕਰਦਾ ਹੈ। ਵੇਖੋ, ਪਿਤਾ ਨੇ ਤੇ ਤਿੰਨਾਂ ਪੁੱਤਰਾਂ ਨੂੰ ਇੱਕੋ ਜਿਹਾ ਰੁਪਈਆ ਦਿੱਤਾ ਸੀ ਤੇ ਇਸ ਲਈ ਦਿੱਤਾ ਸੀ ਵੀ ਸੁਖੀ ਬਣਨ। ਤਿੰਨਾਂ ਪੁੱਤਰਾਂ ਨੇ ਉਸ ਰੁਪਏ ਨੂੰ ਆਪੋ ਆਪਣੀ ਸਮਝ ਅਨੁਸਾਰ ਵਰਤਿਆ। ਇੱਕ ਨੇ ਪਿਤਾ ਦੀ ਰਾਏ ਲੈਣੀ ਚੰਗੀ ਜਾਣੀ ਤੇ ਦੂਜਿਆਂ ਨੇ ਆਪਣੀ ਅਕਲ ਵਰਤਣੀ। ਆਪਣੀ ਅਕਲ ਨਾਲ ਰੁਪਈਆ ਵਰਤਣ ਵਾਲੇ ਸੁਖੀ ਨਾ ਬਣ ਸਕੇ। ਪਿਤਾ ਦੀ ਰਾਏ ਲੈਣ ਵਾਲਾ ਦੂਜੇ ਦੋਵਾਂ ਨਾਲੋਂ ਵੱਧ ਸੁਖੀ ਰਿਹਾ। ਜਿਹੜੇ ਆਪ ਸੁਖੀ ਨਾ ਬਣ ਸਕੇ, ਕਿ ਉਹ ਆਪਣੇ ਸੁਖੀ ਨਾ ਬਣ ਸਕਣ ਦੀ ਜ਼ਿੰਮੇਵਾਰੀ ਪਿਤਾ ਤੇ ਸੁੱਟ ਸਕਦੇ ਨੇ? ਕਿ ਉਹ ਪਿਤਾ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾ ਸਕਦੇ ਨੇ ਕਿ ਪਿਤਾ ਨੇ ਸਾਨੂੰ ਸੁਖੀ ਨਹੀਂ ਬਣਾਇਆ? ਜੇ ਇੱਕ ਦੇ ਨਿਰਧਨ ਤੇ ਦੂਸਰੇ ਦੀ ਸਰੀਰਕ ਅਰੋਗਤਾ ਦਾ ਪਿਤਾ ਜ਼ਿੰਮੇਵਾਰ ਹੋ ਸਕਦਾ ਹੈ, ਜੇ ਅਸੀਂ ਬਦੋ-ਬਦੀ ਐਸੇ ਪਿਤਾ ਨੂੰ ਪੁੱਤਰਾਂ ਦੀ ਅਸਫਲਤਾ ਦਾ ਦੋਸ਼ੀ ਕਰਾਰ ਦਈਏ ਤਾਂ ਕੀ ਇਹ ਗੱਲ ਆਖਣੀ ਚੰਗੀ ਹੋਵੇਗੀ? ਬਸ ਚੰਗੀ ਤਰ੍ਹਾਂ ਸੋਚਿਆ ਪਤਾ ਲੱਗੇਗਾ ਕਿ ਵਾਹਿਗੁਰੂ ਨੇ ਆਪਣੇ ਅਤੁੱਟ ਭੰਡਾਰ ਅਤੇ ਅਖੁੱਟ ਖਜ਼ਾਨੇ ਵਿੱਚੋਂ ਆਪਣੇ ਬੱਚਿਆਂ, ਆਪਣੇ ਪੁੱਤਰਾਂ ਨੂੰ ਸੁਖੀ ਬਣਾਉਣ ਵਾਸਤੇ ਯੁਗਾਂ ਯੁਗਾਂਤਰਾਂ ਤੋਂ ਇਨਸਾਨ ਦੇ ਹਵਾਲੇ ਕੀਤੇ ਹੋਏ ਨੇ। ਵਾਹਿਗੁਰੂ ਦੀ ਸਦਾ ਹੀ ਇਹ ਇੱਛਾ ਹੈ ਕਿ ਉਸਦੇ ਪੁੱਤਰ ਸੁਖੀ ਰਹਿਣ, ਪਰ ਇਨਸਾਨ ਸਦਾ ਹੀ ਆਪਣੇ ਮਨ ਦੇ ਮਗਰ ਲੱਗ ਕੇ ਵਾਹਿਗੁਰੂ ਅਤੇ ਪਿਤਾ ਤੇ ਉਸਦੇ ਮਿੱਤਰਾਂ, ਸੰਤਾਂ, ਮਹਾਤਮਾਵਾਂ, ਗੁਰਮੁਖਾਂ ਅਥਵਾ ਗੁਰੂਆਂ ਦੀ ਰਾਏ ਨੂੰ ਰੱਦ ਕਰਕੇ ਵਾਹਿਗੁਰੂ ਦੀਆਂ ਦਾਤਾਂ ਨੂੰ ਨਾਜਾਇਜ਼ ਤੌਰ ਤੇ ਵਰਤਦਾ ਹੈ ਤੇ ਬਜਾਏ ਸੁਖੀ ਹੋਣ ਦੇ ਆਪਣੇ ਆਪ ਨੂੰ ਦੁਖੀ ਤੇ ਚਿੰਤਾਵਾਨ ਬਣਾ ਲੈਂਦਾ ਹੈ। ਇਨਸਾਨ ਦੀਆਂ ਸਾਰੀਆਂ ਤਕਲੀਫਾਂ ਦਾ ਕਾਰਨ ਡੂੰਘੀ ਵਿਚਾਰ ਕੀਤਿਆਂ ਇਨਸਾਨ ਦੀ ਬੇਸਮਝੀ ਤੇ ਅਗਿਆਨਤਾ ਹੀ ਨਜ਼ਰ ਆਵੇਗੀ। ਗੁਰੂ ਦੇ ਘਰ ਵਿੱਚ ਮਨਮੁਖ ਤੇ ਗੁਰਮੁਖ ਦਾ ਵੱਡਾ ਫਰਕ ਹੀ ਇਹ ਦੱਸਿਆ ਗਿਆ ਕਿ ਮਨਮੁਖ ਆਪਣੇ ਮਨ ਦੇ ਮਗਰ ਲੱਗ ਕੇ ਸੁਖੀ ਹੋਣਾ ਚਾਹੁੰਦਾ ਹੈ, ਪਰ ਅੰਤ ਵਿੱਚ ਨਿਰਾਸ਼ ਤੇ ਦੁਖੀ ਹੁੰਦਾ ਹੈ, ਅਤੇ ਗੁਰਮੁਖ ਆਪਣੇ ਜੀਵਨ ਨੂੰ ਗੁਰੂ ਦੇ ਤਜਰਬੇ ਦੀ ਰੌਸ਼ਨੀ ਵਿੱਚ ਬਤੀਤ ਕਰਕੇ ਸਦਾ ਚੜ੍ਹਦੀਆਂ ਕਲਾਂ ਵਿੱਚ ਤੇ ਸੁਖੀ ਰਹਿੰਦਾ ਹੈ। ਗੁਰੂ ਜੀ ਨੇ ਸਮਝਾਇਆ, ਸਤਿਗੁਰ ਤੇ ਜੋ ਮੂੰਹ ਫੇਰੈ ਮੱਥੇ ਤਿਨ ਕਾਲੇ, ਅਣਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਅਥਵਾ ਗੁਰਮੁਖ ਅਲਿਪਤ ਰਹਿ ਸੰਸਾਰੈ, ਗੁਰ ਕੈ ਤਕੀਏ ਨਾਮ ਆਧਾਰੇ। ਪਰਮੇਸ਼ਰ ਦੀ ਇੱਛਾ ਵਿੱਚ ਖੇਡਣ ਲਈ ਜਾਂ ਉਸ ਤੇ ਚੱਲਣ ਲਈ ਬਹੁਤ ਅਧਿਆਤਮਿਕ ਤਿਆਰੀ ਦੀ ਲੋੜ ਹੈ। ਇਸ ਰਜ਼ਾ ਦੇ ਅਰਸ਼ੀ ਮਹਿਲਾਂ ਵਿੱਚ ਵਿਚਰਨ ਲਈ ਪੱਕੀ ਤੇ ਦ੍ਰਿੜ ਆਤਮਿਕ ਵਿਸ਼ਵਾਸ ਦੀ ਬੜੀ ਜ਼ਿਆਦਾ ਜ਼ਰੂਰਤ ਹੈ। ਪਰਮਾਤਮ ਇੱਛਾ ਦੀ ਉੱਚੀ ਅਵਸਥਾ ਵਿੱਚ ਉਹ ਗੁਰਮੁਖ ਖੇਡ ਸਕਦਾ ਹੈ ਜਿਸ ਨੂੰ ਰੱਬ ਦੇ ਸੁਭਾਅ ਦਾ ਪੂਰਾ ਪੂਰਾ ਗਿਆਨ ਹੋਵੇ ਤੇ ਉਸ ਗਿਆਨ ਵਿੱਚ ਉਸ ਦਾ ਪੂਰਾ ਨਿਸ਼ਚਾ ਹੋਵੇ। ਇਸ ਖੇਡ ਖੇਡਣ ਵਾਲੇ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪਹਿਲੀ ਗੱਲ, ਪਰਮੇਸ਼ਰ ਉਸ ਉੱਤੇ ਪ੍ਰਸੰਨ ਹੈ। ਦੂਸਰਾ, ਪਰਮੇਸ਼ਰ ਉਸ ਦੇ ਅੰਗ ਸੰਗ ਹੈ। ਤੀਸਰਾ, ਪਰਮੇਸ਼ਰ ਉਸ ਦਾ ਹਮਦਰਦ ਅਤੇ ਸ਼ੁਭ ਚਿੰਤਕ ਹੈ। ਚੌਥਾ, ਵਾਹਿਗੁਰੂ ਉਸ ਦੀ ਅਰਦਾਸ ਪ੍ਰਵਾਨ ਕਰਦਾ ਹੈ, ਜੋ ਉਹ ਚਾਹੁੰਦਾ ਹੈ ਉਸ ਦੀ ਇੱਛਾ ਪੂਰੀ ਕਰਦਾ ਹੈ। ਪੰਜਵਾਂ, ਉਸ ਨੂੰ ਭਲੇ ਬੁਰੇ ਦੀ ਇੰਨੀ ਸਮਝ ਨਹੀਂ ਜਿੰਨੀ ਵਾਹਿਗੁਰੂ ਨੂੰ ਹੈ। ਇਹ ਵਿਸ਼ਵਾਸ ਉਸ ਦੇ ਹਿਰਦੇ ਵਿੱਚ ਟਿਕਿਆ ਹੁੰਦਾ ਹੈ। ਛੇਵਾਂ, ਉਸ ਦਾ ਅਸਲੀ ਭਲਾ ਇਸ ਗੱਲ ਵਿੱਚ ਹੈ ਕਿ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰੇ। ਤੇ ਸੱਤਵਾਂ, ਪਰਮੇਸ਼ਰ ਨੂੰ ਉਹ ਗੱਲ ਚੰਗੀ ਲੱਗ ਹੀ ਨਹੀਂ ਸਕਦੀ ਜਿਹੜੀ ਉਸ ਵਾਸਤੇ ਲਾਭਵੰਦੀ ਜਾਂ ਚੰਗੀ ਨਾ ਹੋਵੇ।
ਹੁਣ ਗੁਰਮੁਖ ਦੀ ਇਸ ਰੱਬੀ ਇੱਛਾ ਵਿੱਚ ਖੇਡਣ ਦੀ ਅਵਸਥਾ ਹੌਲੀ ਹੌਲੀ ਆਉਂਦੀ ਹੈ। ਇਸ ਵਾਸਤੇ ਹਰ ਗੁਰਮੁਖ ਨੂੰ ਆਪਣੇ ਆਪ ਹੀ ਆਪਣੇ ਆਪ ਨੂੰ ਇਸ ਅਵਸਥਾ ਦਾ ਪਾਤਰ ਨਹੀਂ ਸਮਝ ਲੈਣਾ ਚਾਹੀਦਾ। ਜਦੋਂ ਉਹ ਅਸਲ ਅਵਸਥਾ ਵਿੱਚ ਇਸ ਅਵਸਥਾ ਦੇ ਯੋਗ ਹੋ ਜਾਏਗਾ ਨਾ, ਤਾਂ ਉਸ ਨੂੰ ਆਪਣੇ ਆਪ ਹੀ ਆਪਣੇ ਅੰਦਰੋਂ ਹੀ ਇਸ ਗੱਲ ਦੀ ਸਮਝ ਆ ਜਾਏਗੀ। ਉੱਚ ਰੱਬੀ ਅਵਸਥਾ ਦੀ ਪ੍ਰਾਪਤੀ ਤੇ ਇਸ ਨੂੰ ਦ੍ਰਿੜ ਰੱਖਣ ਦੇ ਲਈ ਜ਼ਰੂਰੀ ਅਧਿਆਤਮਿਕ ਤਿਆਰੀ ਦੀ ਲੋੜ ਹੈ। ਅਤੇ ਕਈ ਬੇਸਮਝ ਮਿੱਤਰ ਤਾਂ ਸਵੈ ਧੋਖੇ ਦਾ ਅੰਧਕਾਰ ਦਾ ਜੀਵਨ ਬਤੀਤ ਕਰਦੇ ਤੇ ਦੂਜਿਆਂ ਨੂੰ ਵੀ ਹਨੇਰੇ ਵੱਲ ਧੱਕਦੇ ਵੇਖੇ ਗਏ ਨੇ। ਬਹੁਤ ਸਾਰੇ ਸਿੱਖ ਜਦੋਂ ਕਿਸੇ ਦੁਰਘਟਨਾ ਵਿੱਚ ਫਸ ਜਾਣ ਤੇ ਉਸ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਾ ਲੱਭੇ, ਤਾਂ ਉਸ ਲਾਚਾਰੀ ਤੇ ਮਜਬੂਰੀ ਦੀ ਹਾਲਤ ਨੂੰ ਭਾਣਾ ਸਮਝਦੇ ਤੇ ਆਖਦੇ ਨੇ, ਅੱਛਾ ਜਿਵੇਂ ਰੱਬ ਦਾ ਭਾਣਾ, ਜਾਂ ਅੱਛਾ ਹੇ ਵਾਹਿਗੁਰੂ ਜਿਵੇਂ ਤੇਰੀ ਇੱਛਾ। ਅਸਲ ਵਿੱਚ ਇਹ ਅਵਸਥਾ ਰੱਬੀ ਇੱਛਾ ਨਾ ਹੋ ਕੇ ਲਾਚਾਰੀ ਜਾਂ ਮਜਬੂਰੀ ਦੀ ਅਵਸਥਾ ਹੁੰਦੀ ਹੈ। ਇਸ ਤੋਂ ਉਲਟ ਰੱਬੀ ਇੱਛਾ ਤਾਂ ਬਹੁਤ ਉੱਤਮ ਅਵਸਥਾ ਹੁੰਦੀ ਹੈ, ਜਿਸ ਵਿੱਚ ਗੁਰਮੁਖ ਆਪਣੀ ਜਾਂ ਆਪਣੇ ਮਿਸ਼ਨ ਦੀ ਭਲਾਈ ਲਈ ਜਾਂ ਕਿਸੇ ਉੱਚੇ ਅਧਿਆਤਮਿਕ ਸਿਧਾਂਤ ਨੂੰ ਸਿੱਧ ਕਰਨ ਲਈ ਆਪਣੀ ਖੁਸ਼ੀ ਤੇ ਪ੍ਰਸੰਨਤਾ ਨਾਲ ਆਪਣੇ ਕਰਤਾਰ ਦੇ ਭਰੋਸੇ ਵਿੱਚ ਪ੍ਰਸੰਨ ਹਾਲਤ ਵਿੱਚ ਕੋਈ ਖੇਡ ਖੇਡ ਰਿਹਾ ਹੁੰਦਾ ਹੈ। ਇਸ ਅਵਸਥਾ ਵਿੱਚ ਲਾਚਾਰੀ ਜਾਂ ਮਜਬੂਰੀ ਬਿਲਕੁਲ ਨਹੀਂ ਹੁੰਦੀ। ਜਿੱਥੇ ਮਜਬੂਰੀ, ਲਾਚਾਰੀ ਜਾਂ ਇੱਜ਼ਤ ਦਾ ਸਵਾਲ ਹੋਵੇ, ਉਸ ਨੂੰ ਰੱਬੀ ਇੱਛਾ ਜਾਂ ਦੂਸਰੇ ਲਫ਼ਜ਼ਾਂ ਵਿੱਚ ਭਾਣਾ ਕਿਹਾ ਹੀ ਨਹੀਂ ਜਾ ਸਕਦਾ। ਸਿੱਖ ਇਤਿਹਾਸ ਵਿੱਚ ਇਸ ਅਵਸਥਾ ਵਿੱਚ ਵਿਚਰਨ ਵਾਲੇ ਮਹਾਂਪੁਰਸ਼ਾਂ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਨੇ। ਹਰੇਕ ਉਦਾਹਰਣ ਵਿੱਚ ਨਿਡਰਤਾ, ਸਥਿਰਤਾ, ਪ੍ਰਸੰਨਤਾ, ਉੱਚ ਕੋਟੀ ਦਾ ਵਿਸ਼ਵਾਸ ਪ੍ਰਤੱਖ ਦਿਸਦਾ ਹੈ। ਕਿਤੇ ਵੀ ਕੋਈ ਇੱਜ਼ਤ ਦਾ, ਲਾਚਾਰੀ ਦਾ ਜਾਂ ਮਜਬੂਰੀ ਦਾ ਕੋਈ ਚਿੰਨ੍ਹ ਨਹੀਂ ਮਿਲਦਾ। ਅਜਿਹੀ ਹਾਲਤ ਹੀ ਤਾਂ ਹੁੰਦੀ ਹੈ ਜਦੋਂ ਵਾਹਿਗੁਰੂ ਤੇ ਉਸ ਦਾ ਬੰਦਾ ਦੋਵੇਂ ਕਿਸੇ ਡੂੰਘੀ ਆਤਮਿਕ ਸੱਚਾਈ ਨੂੰ ਸਿੱਧ ਕਰਨਾ ਚਾਹੁਣ। ਇਸ ਅਵਸਥਾ ਦੇ ਆਸਾਰ ਵਾਹਿਗੁਰੂ ਉਦੋਂ ਪੈਦਾ ਕਰਦਾ ਹੈ ਜਦੋਂ ਗੁਰਮੁਖ ਨੂੰ ਉਸ ਦੇ ਯੋਗ ਵੇਖਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਤੱਤੀ ਤਵੀ ਤੇ ਬਲਦੀ ਰੇਤ ਉਦੋਂ ਲਿਆਂਦੀ ਗਈ ਜਦੋਂ ਸਤਿਗੁਰੂ ਜੀ ਆਤਮਿਕ ਤੌਰ ਤੇ ਉਸ ਇਮਤਿਹਾਨ ਵਿੱਚੋਂ ਲੰਘਣ ਦੇ ਅਤੇ ਇਸ ਆਖਣ ਦੇ ਯੋਗ ਸਮਝੇ ਗਏ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਹਜ਼ਰਤ ਮੀਆਂ ਮੀਰ ਭਾਵੇਂ ਚੰਗੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ, ਪਰ ਭਾਣੇ ਦੀ ਅਵਸਥਾ ਤੋਂ ਹਾਲਾਂ ਨੀਵੇਂ ਸਨ। ਇਸ ਲਈ ਗੁਰਮੁਖ ਨੂੰ ਅਸਹਿ ਤਸੀਹੇ ਦੀ ਹਾਲਤ ਵਿੱਚ ਵੇਖ ਕੇ ਰੱਬੀ ਪਿਆਰ ਅਤੇ ਸ਼ੋਕ ਤੇ ਇਨਸਾਨੀ ਅਤਿਆਚਾਰ ਉੱਤੇ ਨਫ਼ਰਤ ਕਰਨ ਲੱਗੇ। ਪਰ ਕਿਉਂਕਿ ਨਜ਼ਰ ਆਉਂਦੀ ਸਾਰੀ ਖੇਡ ਅਦ੍ਰਿਸ਼ਟ ਮੰਡਲਾਂ ਵਿੱਚੋਂ ਗੁਰਮੁਖ ਤੇ ਉਸ ਕਰਤਾਰ ਦੀ ਸਾਂਝੀ ਵਿਉਂਤ ਤੇ ਗੁਰਮੁਖ ਦੀ ਅਸਲੀ ਭਲਾਈ ਨੂੰ ਮੁੱਖ ਰੱਖਦਿਆਂ ਰਚੀ ਗਈ ਸੀ, ਇਸ ਲਈ ਗੁਰਮੁਖ ਮੁਸਕਰਾਉਂਦਾ ਸੀ। ਤੇ ਹਜ਼ਰਤ ਮੀਆਂ ਮੀਰ ਅਤੇ ਆਉਣ ਵਾਲੇ ਸਾਰੇ ਗੁਰਮੁਖਾਂ ਤੇ ਰੱਬ ਦੇ ਪਿਆਰਿਆਂ ਨੂੰ ਉਹ ਆਤਮਿਕ ਤਜਰਬਾ ਕਰਕੇ ਦੱਸਦਾ ਸੀ, ਜਿਸ ਨੇ ਸਾਬਤ ਕਰਨਾ ਸੀ ਕਿ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਸੁਰਤ, ਦ੍ਰਿਸ਼ਟਮਾਨ ਅਤੇ ਆਕਾਰ ਦੀ ਦੁਨੀਆ ਦੀਆਂ ਸਭ ਖਿੱਚਾਂ, ਸਭ ਚੋਭਾਂ, ਸਭ ਸਖਤੀਆਂ ਤੋਂ ਆਜ਼ਾਦ ਹੋ ਕੇ ਨਿਰੰਕਾਰ ਵਾਂਗ ਅਲੇਪ ਅਤੇ ਅਡੋਲ ਹੋ ਜਾਂਦੀ ਹੈ। ਐਸੀ ਸੁਰਤੀ ਵਾਲੇ ਮਹਾਂਪੁਰਸ਼ ਇਸ ਜਗਤ ਦੇ ਆਕਾਰ ਦੇ ਮੰਡਲ ਵਿੱਚ ਖੇਡਣ ਵਾਲੀ ਮੌਤ ਦੀ ਹਸਤੀ ਨੂੰ ਤਸਲੀਮ ਹੀ ਨਹੀਂ ਕਰਦੇ। ਉਹ ਤਾਂ ਮੌਤ ਦੀ ਹੱਦ ਜਾਂ ਦਾਇਰੇ ਤੋਂ ਕਰਤਾਰ ਵਾਂਗ ਸਦਾ ਲਈ ਉੱਚੇ ਹੋ ਜਾਂਦੇ ਨੇ। ਚੇਤੇ ਰਹੇ,
ਸ੍ਰੀ ਨਾਮਦੇਵ ਜੀ ਦੇ ਸਾਹਮਣੇ ਜਦੋਂ ਮੁਸਲਮਾਨ ਬਾਦਸ਼ਾਹ ਨੇ ਇਹ ਸ਼ਰਤ ਰੱਖੀ ਕਿ ਜਾਂ ਤਾਂ ਉਹ ਗਊ ਨੂੰ ਜ਼ਿੰਦਾ ਕਰ ਦੇਵੇ ਜਾਂ ਫਿਰ ਉਸ ਨੂੰ ਕਤਲ ਕਰ ਦਿੱਤਾ ਜਾਏਗਾ, ਤਾਂ ਸ੍ਰੀ ਨਾਮਦੇਵ ਜੀ ਨੇ ਕਤਲ ਹੋ ਕੇ ਮੌਤ ਨੂੰ ਜਿੱਤਣ ਵਾਲੇ ਉੱਚੇ ਆਤਮਿਕ ਤਜਰਬੇ ਨਾਲੋਂ ਵਾਹਿਗੁਰੂ ਦੀ ਸ਼ਕਤੀ ਨਾਲ ਮਰੀ ਹੋਈ ਗਾਂ ਨੂੰ ਸੁਰਜੀਤ ਕਰਨ ਦਾ ਆਤਮਿਕ ਤਜਰਬਾ ਕਰਕੇ ਵਿਖਾਉਣਾ ਪਸੰਦ ਕੀਤਾ, ਕਿਉਂਕਿ ਭਗਤ ਨਾਮਦੇਵ ਹਾਲਾਂ ਉਸ ਵੇਲੇ ਉਸ ਭਾਣੇ ਦੀ ਉੱਚ ਅਵਸਥਾ ਦੇ ਯੋਗ ਨਹੀਂ ਸਨ। ਇਸ ਲਈ ਉਹਨਾਂ ਨੂੰ ਵਾਹਿਗੁਰੂ ਵੱਲੋਂ ਇਸ ਤਰ੍ਹਾਂ ਕਰਨ ਦੇ ਲਈ ਮਜਬੂਰ ਨਹੀਂ ਕੀਤਾ ਗਿਆ, ਸਗੋਂ ਵਾਹਿਗੁਰੂ ਦੇ ਭਗਤ ਵਤਸਲ ਜਾਂ ਭਗਤ ਰੱਖਿਅਕ ਸੁਭਾਅ ਨੂੰ ਸਿੱਧ ਕਰਕੇ ਵਿਖਾਇਆ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਵੀ ਆਪਣੇ ਜੀਵਨ ਵਿੱਚ ਇੱਕ ਵਾਰ ਸੁਲੀ ਖਾਨ ਦੀ ਅੰਮ੍ਰਿਤਸਰ ਤੇ ਚੜ੍ਹਾਈ ਵੇਲੇ ਵਾਹਿਗੁਰੂ ਦੇ ਭਗਤ ਰੱਖਿਅਕ ਸੁਭਾਅ ਜਾਂ ਅਸੂਲ ਦੀ ਵਰਤੋਂ ਕੀਤੀ ਸੀ। ਇਸ ਆਤਮਿਕ ਤਜਰਬੇ ਦਾ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਜ਼ਿਕਰ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੁਆ ਨਾ ਪਾਕ। ਰਹਾਓ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓਸ, ਛੋੜ ਗਿਆ ਸਭ ਭਾਈ ਸਾਕ, ਕਉ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਇਸੇ ਤਰ੍ਹਾਂ ਹਜ਼ਰਤ ਈਸਾ ਮਸੀਹ ਆਪਣੇ ਜੀਵਨ ਵਿੱਚ ਬਾਬਾ ਅਟਲ ਜੀ ਵਾਂਗ ਮਰੇ ਹੋਏ ਲੋਕਾਂ ਨੂੰ ਵਾਹਿਗੁਰੂ ਦੀ ਸ਼ਕਤੀ ਨਾਲ ਜ਼ਿੰਦਾ ਕਰਦੇ ਰਹੇ, ਪਰ ਉਸ ਵੇਲੇ ਉਹ ਭਾਣੇ ਦੀ ਉੱਚੀ ਅਵਸਥਾ ਵਿੱਚ ਨਹੀਂ ਸਨ ਵਿਚਰਦੇ, ਸਗੋਂ ਵਾਹਿਗੁਰੂ ਦੀ ਭਗਤ ਰੱਖਿਅਕ ਤੇ ਬਿਰਧ ਪਾਲਕ ਸ਼ਕਤੀ ਨੂੰ ਵਰਤਦੇ ਸਨ। ਪਰ ਜਦੋਂ ਅਖੀਰ ਆਤਮਿਕ ਤਜਰਬਿਆਂ ਦੇ ਕਮਾਲ ਜਾਂ ਭਾਣੇ ਦੀ ਅਵਸਥਾ ਦੇ ਦਿਖਾਉਣ ਦਾ ਸਮਾਂ ਆਇਆ, ਤਾਂ ਦੋਵਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਸਹਾਇਤਾ ਨਾਲ ਮੌਤ ਦੀ ਵਾਦੀ ਵਿੱਚੋਂ ਅਡੋਲ ਨਿਕਲ ਕੇ ਸਿੱਧ ਕਰ ਦਿੱਤਾ ਕਿ ਜਗਤ ਜੀਵਨ ਕਰਤਾਰ ਨਾਲ ਇੱਕ ਹੋਏ ਬੰਦਿਆਂ ਦੇ ਲਈ ਮੌਤ ਦੀ ਘਟਨਾ ਕੋਈ ਅਰਥ ਨਹੀਂ ਰੱਖਦੀ। ਹਰੀ ਦੇ ਜਨ ਮੌਤ ਤੋਂ ਉੱਤੇ ਹਰੀ ਦਾ ਰੂਪ ਹੋ ਜਾਂਦੇ ਨੇ, ਜੇ ਚਾਹਣ ਤਾਂ ਮੋਇਆਂ ਨੂੰ ਜਿਵਾ ਸਕਦੇ ਨੇ, ਜੇ ਚਾਹਣ ਤਾਂ ਆਪ ਮੌਤ ਦੀ ਘਟਨਾ ਵਿੱਚੋਂ ਅਡੋਲ ਅਤੇ ਨਿਰਭੈ ਹੋ ਕੇ ਲੰਘ ਸਕਦੇ ਨੇ। ਆਮ ਗੁਰਸਿੱਖ ਜੇ ਆਪਣੇ ਆਪ ਨੂੰ ਭਾਣੇ ਦੀ ਅਵਸਥਾ ਦੇ ਯੋਗ ਨਾ ਸਮਝਣ ਤਾਂ ਉਹਨਾਂ ਨੂੰ ਨਿਰਾਸ਼ ਜਾਂ ਉਤਾਵਲੇ ਨਹੀਂ ਹੋਣਾ ਚਾਹੀਦਾ। ਭਾਣੇ ਦੀ ਅਵਸਥਾ ਉਸ ਗੁਰਮੁਖ ਤੇ ਆਉਂਦੀ ਏ ਜਿਸ ਦੀ ਆਤਮਿਕ ਕਮਾਈ ਪੂਰਨਤਾ ਤੇ ਪਹੁੰਚ ਜਾਵੇ। ਜਿਵੇਂ ਐਮਏ ਦੀ ਡਿਗਰੀ ਦੁਨਿਆਵੀ ਕਾਲਜਾਂ ਵਿੱਚ ਵੀ ਆਖਰੀ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਦੀ ਹੈ, ਉਵੇਂ ਭਾਣੇ ਦੀ ਅਵਸਥਾ ਦੀ ਡਿਗਰੀ ਉਹਨਾਂ ਆਤਮਿਕ ਵਿਦਿਆਰਥੀਆਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਆਤਮਿਕ ਜਾਂ ਰੂਹਾਨੀ ਸਾਰੀ ਵਿਦਿਆ ਖਤਮ ਹੋ ਚੁੱਕੀ ਹੋਵੇ। ਚੌਥੀ ਪੰਜਵੀਂ ਜਮਾਤ ਦੇ ਮੁੰਡਿਆਂ ਨੂੰ ਐਮਏ ਦੀ ਪੜ੍ਹਾਈ ਦੀ ਜੇ ਸਮਝ ਨਾ ਆਵੇ ਅਤੇ ਉਹਨਾਂ ਦਾ ਦਿਲ ਜੇ ਐਮਏ ਦੀਆਂ ਕਿਤਾਬਾਂ ਵੇਖ ਕੇ ਘਬਰਾਵੇ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੁੰਦੀ। ਸਮਾਂ ਆਉਣ ਤੇ ਐਮਏ ਦੀਆਂ ਪੁਸਤਕਾਂ ਨੂੰ ਸਮਝਣ ਦੇ ਉਹ ਆਪੇ ਯੋਗ ਹੋ ਜਾਣਗੇ। ਇਸੇ ਤਰ੍ਹਾਂ ਨਿਰਇੱਛਤ ਹੋ ਜਾਣਾ ਤੇ ਭਾਣੇ ਦੀ ਅਵਸਥਾ ਦਾ ਪਾਤਰ ਬਣਨਾ ਵੀ ਇਨਸਾਨੀ ਜੀਵਨ ਵਿੱਚ ਆਤਮਿਕ ਤਜਰਬੇ ਦੀ ਆਖਰੀ ਟੀਸੀ ਹੈ। ਜੋ ਗੁਰਸਿੱਖ ਭਾਣੇ ਦੀ ਅਵਸਥਾ ਵਿੱਚ ਇਸ ਕਰਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੀ ਬੜੀ ਉਪਮਾ ਲਿਖੀ ਹੈ ਬਦੋ-ਬਦੀ ਖੇਡਣਾ ਚਾਹੇਗਾ, ਉਸ ਨੂੰ ਉਸੇ ਤਰ੍ਹਾਂ ਦੀ ਨਿਰਾਸ਼ਤਾ ਹੋਵੇਗੀ ਜਿਵੇਂ ਕੋਈ ਛੋਟਾ ਜਿਹਾ ਵਿਦਿਆਰਥੀ ਐਮਏ ਦੀਆਂ ਕਿਤਾਬਾਂ ਨੂੰ ਕਿਤੇ ਹੱਥ ਵਿੱਚ ਫੜ ਕੇ ਚਾਹੇ ਕਿ ਉਸ ਨੂੰ ਐਮਏ ਦਾ ਵਿਦਿਆਰਥੀ ਆਖਿਆ ਜਾਏ ਤੇ ਐਮਏ ਦੀ ਡਿਗਰੀ ਮਿਲੇ। ਭਾਣੇ ਦੀ ਅਵਸਥਾ ਸ੍ਰੀ ਗੁਰੂ ਨਾਨਕ ਦੇਵ ਦੀ ਤਾਲੀਮ ਅਨੁਸਾਰ ਆਖਰੀ ਅਵਸਥਾ ਹੈ, ਜਿਸ ਵਿੱਚ ਉਦੋਂ ਖੇਡਿਆ ਜਾਂਦਾ ਹੈ ਜਦੋਂ ਗੁਰਮੁਖ ਪਹਿਲੀਆਂ ਸਭ ਅਵਸਥਾਵਾਂ ਵਿੱਚ ਖੇਡ ਲਵੇ
ਤੇ ਉਹਨਾਂ ਨੂੰ ਭਾਣੇ ਦੀ ਅਵਸਥਾਵਾਂ ਨਾਲੋਂ ਫਿੱਕਿਆਂ ਤੇ ਘਟੀਆ ਪ੍ਰਤੀਤ ਕਰ ਚੁੱਕਾ ਹੋਵੇ। ਭਾਣੇ ਦੀ ਅਵਸਥਾ ਅਰਦਾਸ ਅਤੇ ਰਿੱਧੀ ਸਿੱਧੀ ਦੀ ਅਵਸਥਾ ਤੋਂ ਉੱਤੇ ਹੈ, ਜਿਸ ਵਿੱਚ ਆਪਾ ਤੇ ਆਪੇ ਦੀ ਸਾਰੀ ਖੇਡ ਪੁਰਾਣੀ ਤੇ ਫਿੱਕੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਗੁਰੂ ਜੀ ਆਖਦੇ ਨੇ, ਸੇ ਭਗਤ ਸੇ ਤਤ ਗਿਆਨੀ ਜਿਨ ਕਾ ਉਹ ਹੁਕਮ ਮਨਾਏ। ਭਾਣੇ ਦੇ ਅਖਰੀ ਅਰਥ ਨੇ ਭਾਵਨਾ ਜਾਂ ਪਸੰਦ ਆਉਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਨੂੰ ਵਾਹਿਗੁਰੂ ਜਾਂ ਸਤਿਗੁਰੂ ਦੇ ਭਾਣੇ ਵਿੱਚ ਰਹਿਣ ਦੀ ਹਿਦਾਇਤ ਹੈ, ਜਿਸ ਦਾ ਭਾਵ ਹੈ ਕਿ ਸਿੱਖ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰੇ ਜਿਵੇਂ ਵਾਹਿਗੁਰੂ ਜਾਂ ਸਤਿਗੁਰੂ ਨੂੰ ਭਾਵੇ ਜਾਂ ਪਸੰਦ ਆਵੇ। ਆਪਾਂ ਪਹਿਲੋਂ ਇਹ ਵਿਚਾਰਾਂ ਕਰ ਚੁੱਕੇ ਹਾਂ ਕਿ ਵਾਹਿਗੁਰੂ ਨੂੰ ਹਮੇਸ਼ਾ ਇਹ ਹੀ ਭਾਵਦਾ ਤੇ ਪਸੰਦ ਆਉਂਦਾ ਕਿ ਇਨਸਾਨ ਖੁਸ਼ੀ ਤੇ ਸੁਖੀ ਰਵੇ। ਆਓ ਹੁਣ ਵੇਖੀਏ ਕਿ ਸਤਿਗੁਰੂ ਨੂੰ ਸਿੱਖ ਸੰਬੰਧੀ ਕੀ ਭਾਉਂਦਾ ਜਾਂ ਪਸੰਦ ਆਉਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਵਾਹਿਗੁਰੂ ਦੇ ਸੁਭਾਅ ਦੇ ਇਸ ਬਾਰੇ ਵਿੱਚ ਇਸ਼ਾਰੇ ਕੀਤੇ ਗਏ ਨੇ, ਉੱਥੇ ਸਤਿਗੁਰੂ ਦੇ ਸੁਭਾਅ ਦੇ ਬਾਰੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਗਿਆ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਘਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਤੇ ਸਤਿਗੁਰੂ ਦੀ ਸਿੱਖਾਂ ਸੰਬੰਧੀ ਜਾਂ ਇਨਸਾਨਾਂ ਸੰਬੰਧੀ ਇੱਕੋ ਹੀ ਇੱਛਾ ਦੱਸੀ ਹੈ, ਤੇ ਉਹ ਇਹ ਹੈ ਕਿ ਵਾਹਿਗੁਰੂ ਸਭ ਜੀਵਾਂ ਨੂੰ ਸੁਖੀ ਵੇਖਣਾ ਚਾਹੁੰਦਾ ਹੈ ਤੇ ਸਤਿਗੁਰੂ ਉਹਨਾਂ ਜੀਵਾਂ ਨੂੰ ਸਾਰੇ ਪਾਸਿਆਂ ਤੋਂ ਸੁਖੀ ਵੇਖਣਾ ਚਾਹੁੰਦਾ ਹੈ ਜੋ ਉਸ ਦੇ ਤਜਰਬੇ ਜਾਂ ਮਸ਼ਵਰੇ ਤੋਂ ਲਾਭ ਉਠਾਉਣ ਲਈ ਉਸ ਕੋਲ ਆਉਣ ਦੀ ਖੇਚਲ ਕਰਨ। ਵਾਹਿਗੁਰੂ ਦੇ ਅਰੂਪ ਹੋਣ ਕਰਕੇ ਉਸ ਦੇ ਸੁਭਾਅ ਜਾਂ ਭਾਣੇ ਨੂੰ ਸਮਝਣਾ ਹਰ ਜੀਵ ਵਾਸਤੇ ਸੰਭਵ ਨਹੀਂ, ਪਰ ਸਤਿਗੁਰੂ ਜਿਹੜਾ ਅਸਥੂਲ ਮੰਡਲਾਂ ਵਿੱਚ ਤੇ ਇਨਸਾਨੀ ਬੋਲੀ ਵਿੱਚ ਇਨਸਾਨ ਨੂੰ ਸੁਖੀ ਬਣਨ ਦੇ ਤਰੀਕੇ ਦੱਸਦਾ ਹੈ, ਉਸ ਰਹਿਨੁਮਾਈ ਤੋਂ ਫਾਇਦਾ ਨਾ ਉਠਾਉਣਾ ਇਸ ਜੀਵ ਦਾ ਆਪਣਾ ਕਸੂਰ ਤੇ ਮੰਦੇ ਭਾਗ ਨੇ। ਸਤਿਗੁਰੂ ਦੇ ਭਾਣੇ ਵਿੱਚ ਆਉਣ ਦਾ ਅਰਥ ਇਹ ਹੈ ਕਿ ਸਿੱਖ ਦਾ ਜੀਵਨ ਐਸਾ ਹੋਵੇ ਜੋ ਸਤਿਗੁਰੂ ਨੂੰ ਭਾਵੇ ਜਾਂ ਪਸੰਦ ਆਵੇ। ਸਿੱਖ ਦੀ ਅਸਲ ਭਲਾਈ ਇਸ ਗੱਲ ਵਿੱਚ ਹੈ ਜਿਸ ਵਿੱਚ ਸਤਿਗੁਰੂ ਨੂੰ ਸਿੱਖ ਦੀ ਭਲਾਈ ਦਿਸੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਕਿਸ ਕਿਸਮ ਦਾ ਜੀਵਨ ਬਤੀਤ ਕਰੇ ਜਿਸ ਕਰਕੇ ਉਹ ਸਤਿਗੁਰੂ ਨੂੰ ਡਾਢਾ ਭਾਵੇ ਜਾਂ ਪਸੰਦ ਆਵੇ। ਭਾਵ ਸਿੱਖ ਨੂੰ ਇਹ ਸਮਝ ਆ ਜਾਏ ਕਿ ਸਤਿਗੁਰੂ ਸਿੱਖ ਦੇ ਪਾਸੋਂ ਕਿਸ ਤਰ੍ਹਾਂ ਦੇ ਜੀਵਨ ਦੀ ਆਸ ਰੱਖਦੇ ਨੇ। ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਤਰ੍ਹਾਂ ਦਿੱਤਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ।
ਗੁਰੂ ਕੇ ਇਸ ਵਾਕ ਅਨੁਸਾਰ ਸਤਿਗੁਰੂ ਉਸ ਸਿੱਖ ਤੇ ਡਾਢੇ ਖੁਸ਼ ਹੁੰਦੇ ਨੇ ਜੋ ਵਾਹਿਗੁਰੂ ਨੂੰ ਸਵਾਸ ਸਵਾਸ ਯਾਦ ਰੱਖੇ, ਵਾਹਿਗੁਰੂ ਦਾ ਨਾਮ ਆਪ ਜਪੇ ਤੇ ਦੂਜਿਆਂ ਤੋਂ ਜਪਾਵੇ। ਐਸੇ ਗੁਰਸਿੱਖ ਦਾ ਜੀਵਨ ਗੁਰੂ ਨੂੰ ਬਹੁਤ ਚੰਗਾ ਲੱਗਦਾ ਹੈ ਜਾਂ ਪਸੰਦ ਆਉਂਦਾ ਹੈ ਅਤੇ ਐਸਾ ਗੁਰਸਿੱਖ ਸਤਿਗੁਰੂ ਦੇ ਭਾਣੇ ਵਿੱਚ ਜੀਵਨ ਬਤੀਤ ਕਰਦਾ ਹੈ। ਇਸ ਲਈ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਦੇ ਭਾਣੇ ਵਿੱਚ ਖੇਡਣ ਦੀ ਜਿਹੜੀ ਕੁੰਜੀ ਜਾਂ ਜਿਹੜਾ ਭੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਦਾ ਹੈ, ਉਹ ਹੈ ਸਵਾਸ ਸਵਾਸ ਵਾਹਿਗੁਰੂ ਨੂੰ ਯਾਦ ਕਰਨਾ ਤੇ ਦੂਸਰਿਆਂ ਤੋਂ ਉਸ ਦੀ ਯਾਦ ਕਰਵਾਉਣੀ। ਇਸ ਭੇਦ ਨੂੰ ਸਮਝਣ ਵਾਲਾ ਸਿੱਖ ਵਾਹਿਗੁਰੂ ਦੇ ਸਹਾਰੇ ਇਨਸਾਨੀ ਜੀਵਨ ਦੀ ਇਸ ਬਿਖੜੀ ਤੋਂ ਬਿਖੜੀ ਘਟਨਾ ਵਿੱਚੋਂ ਵੀ ਅਡੋਲ ਤੇ ਖਿੜੇ ਮੱਥੇ ਲੰਘ ਕੇ ਆਪ ਪਰਮ ਸੁਖੀ ਹੋ ਸਕਦਾ ਹੈ ਤੇ ਸੰਸਾਰ ਨੂੰ ਪਰਮ ਸੁਖੀ ਬਣਨ ਦਾ ਰਸਤਾ ਦੱਸ ਸਕਦਾ ਹੈ। ਗੁਰ ਕੈ ਭਾਣੈ ਜੋ ਚੱਲੈ, ਦੁੱਖ ਨਾ ਪਾਵੈ ਕੋਏ, ਸ੍ਰੀ ਗੁਰੂ ਅਮਰਦਾਸ ਜੀ। ਅਥਵਾ ਸਤਿਗੁਰ ਕੈ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਜਾਂ ਆਨੰਦ ਖਸਮ ਕੈ ਭਾਣੈ ਜੀ। ਸੁਸਤੀ ਅਤੇ ਕਾਹਲੀ। ਆਤਮਿਕ ਮਾਰਗ ਦੇ ਪਾਂਧੀ ਨੂੰ ਉੱਪਰ ਲਿਖੇ ਦੋਹਾਂ ਦੁਸ਼ਮਣਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਹ ਦੋਵੇਂ ਵੈਰੀ ਆਤਮਿਕ ਮਾਰਗ ਤੇ ਚੱਲਣ ਵਾਲੇ ਅਨੇਕਾਂ ਪਾਂਧੀਆਂ ਦੇ ਰਸਤੇ ਵਿੱਚ ਇਹੋ ਜਿਹਾ ਰੋੜੇ ਅਟਕਾਉਂਦੇ ਨੇ ਕਿ ਉਹਨਾਂ ਲਈ ਆਤਮਿਕ ਸਫ਼ਰ ਕਰਨਾ ਅਸੰਭਵ ਹੋ ਜਾਂਦਾ ਹੈ। ਆਤਮ ਮਾਰਗ ਦੇ ਹਰ ਪਾਂਧੀ ਨੂੰ ਇਸ ਲਈ ਆਪਣੇ ਸਫ਼ਰ ਦੇ ਵੱਡੇ ਵੈਰੀਆਂ ਦਾ ਸ਼ੁਰੂ ਤੋਂ ਹੀ ਚੰਗੀ ਤਰ੍ਹਾਂ ਨਾਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੋਰ ਹਰ ਤਰ੍ਹਾਂ ਦੇ ਗਿਆਨ ਨਾਲੋਂ ਆਤਮਾ ਦਾ ਗਿਆਨ, ਆਤਮਾ ਦਾ ਇਲਮ ਵੱਧ ਔਖਾ ਹੈ। ਹੋਰ ਹਰ ਤਰ੍ਹਾਂ ਦੇ ਗਿਆਨ ਦੇ ਪ੍ਰਾਪਤੀ ਦੇ ਯਤਨ ਵਿੱਚ ਇਨਸਾਨ ਆਪਣੇ ਤੋਂ ਵੱਖਰੀ ਦੁਨੀਆ ਦੇ ਕਿਸੇ ਪਾਸੇ ਦੀ ਖੋਜ ਪੜਤਾਲ ਕਰਦਾ ਹੈ, ਪਰ ਆਤਮ ਸਾਇੰਸ ਵਿੱਚ ਵਿਦਿਆਰਥੀ ਆਪਣੇ ਆਪੇ ਦੀ ਆਪਣੀ ਤਹਿ ਵਿੱਚ ਲੁਕੀ ਹੋਈ ਮਹਾਨ ਸ਼ਕਤੀ ਦੀ ਖੋਜ ਪੜਤਾਲ ਕਰਦਾ ਹੈ। ਆਤਮ ਸਾਇੰਸ ਵਿੱਚ ਖੋਜ ਕਰਨ ਵਾਲਾ ਅਤੇ ਜਿਸ ਦੀ ਖੋਜ ਉਹ ਕਰਨੀ ਚਾਹੁੰਦਾ ਹੈ, ਦੋ ਵੱਖ-ਵੱਖ ਚੀਜ਼ਾਂ ਨਹੀਂ ਹੁੰਦੀਆਂ, ਸਗੋਂ ਇੱਕੋ ਹੀ ਹੁੰਦੀਆਂ ਨੇ। ਇਸ ਕਰਕੇ ਆਤਮਿਕ ਗਿਆਨ ਦੁਨੀਆ ਦੇ ਹੋਰ ਸਭ ਤਰ੍ਹਾਂ ਦੇ ਗਿਆਨ ਨਾਲੋਂ ਮੁਸ਼ਕਲ ਹੈ। ਚੰਗਾ ਡਾਕਟਰ ਬਣਨ ਵਾਸਤੇ ਜਾਂ ਚੰਗਾ ਗਵਈਆ ਬਣਨ ਵਾਸਤੇ ਜਾਂ ਇੱਕ ਚੰਗਾ ਕਾਮਯਾਬ ਵਪਾਰੀ ਬਣਨ ਵਾਸਤੇ ਸਧਾਰਨ ਇਨਸਾਨ ਨੂੰ 20-25 ਸਾਲ ਖਰਚ ਕਰਨੇ ਪੈਂਦੇ ਨੇ ਤੇ ਦਿਨ ਰਾਤ ਪੜ੍ਹਾਈ ਕਰਨੀ ਪੈਂਦੀ। ਜੇ 20-25 ਸਾਲ ਦਿਨ ਰਾਤ ਦੀ ਪੜ੍ਹਾਈ ਇੱਕ ਇਨਸਾਨ ਨੂੰ ਮਾਹਰ ਡਾਕਟਰ ਜਾਂ ਗਵਈਆ ਬਣਨ ਵਾਸਤੇ ਚਾਹੀਦੀ ਹੈ, ਤਾਂ ਆਤਮ ਸਾਇੰਸ ਵਿੱਚ ਮਹਾਨ ਬਣਨ ਲਈ ਤਾਂ ਇਸ ਤੋਂ ਵੀ ਵੱਧ ਮਿਹਨਤ ਤੇ ਵੱਧ ਸਮੇਂ ਦੀ ਜ਼ਰੂਰਤ ਹੈ। ਆਤਮ ਮਾਰਗ ਦੀਆਂ ਪਹਿਲੀਆਂ ਹਾਲਤਾਂ ਵੇਲੇ ਸਾਨੂੰ ਸੁਸਤੀ ਵਰਗੇ ਜ਼ਬਰਦਸਤ ਦੁਸ਼ਮਣ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ। ਆਤਮਿਕ ਖੋਜ ਲਈ ਜ਼ਰੂਰੀ ਹੈ ਕਿ ਰਾਤ ਵੇਲੇ ਜਾਂ ਪ੍ਰਭਾਤ ਵੇਲੇ ਉੱਠ ਕੇ ਆਪਣੇ ਆਪੇ ਦੀ ਖੋਜ ਵਿਚਾਰ ਕੀਤੀ ਜਾਏ। ਰਾਤ ਦਾ ਜਾਂ ਪ੍ਰਭਾਤ ਦਾ ਸਮਾਂ ਆਤਮਿਕ ਖੋਜ ਲਈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਉਸ ਵੇਲੇ ਦੁਨੀਆ ਦੇ ਸਭ ਜੀਵ ਜੰਤ ਸੌਂ ਜਾਂਦੇ ਨੇ ਤੇ ਦੁਨੀਆ ਦਾ ਸ਼ੋਰ ਜਾਂ ਰੌਲਾ ਬੰਦ ਹੋ ਜਾਂਦਾ ਹੈ। ਆਤਮਿਕ ਖੋਜ ਲਈ ਇਕਾਂਤ ਤੇ ਖਾਮੋਸ਼ੀ ਦਾ ਹੋਣਾ ਬੜਾ ਜ਼ਰੂਰੀ ਹੈ। ਇਸ ਲਈ ਆਤਮਿਕ ਖੋਜ ਕਰਨ ਵਾਲਿਆਂ ਨੇ ਅੱਧੀ ਰਾਤ ਜਾਂ ਪ੍ਰਭਾਤ ਵੇਲੇ ਦਾ ਸਮਾਂ ਆਤਮਿਕ ਖੋਜ ਲਈ ਜ਼ਰੂਰੀ ਰੱਖਿਆ ਹੈ। ਅੱਧੀ ਰਾਤ ਵੇਲੇ ਜਾਂ ਪ੍ਰਭਾਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਸਿਮਰਨ ਦੁਆਰਾ ਆਪਣੇ ਅੰਦਰਲੀ ਅਨੰਤ ਸ਼ਕਤੀ ਨਾਲ ਜੁੜਨਾ, ਗੁਰਬਾਣੀ ਦੇ ਅੰਤਰੀਵ ਭਾਵਾਂ ਨੂੰ ਆਪਣੀ ਅੰਤਰ-ਆਤਮਾ ਵਿਖੇ ਸੱਚ ਪ੍ਰਤੀਤ ਕਰਨ ਦੇ ਤਜਰਬੇ ਕਰਨਾ, ਪਹਿਲੀਆਂ ਅਵਸਥਾਵਾਂ ਦੇ ਜਾਂ ਇਸ ਮਾਰਗ ਦੇ ਨਵੇਂ-ਨਵੇਂ ਪਾਂਧੀਆਂ ਲਈ ਬੜੀ ਮੁਸ਼ਕਲ ਪੈਦਾ ਕਰਦੇ ਨੇ। ਇੱਥੇ ਹੀ ਬਸ ਨਹੀਂ, ਆਤਮ ਮਾਰਗ ਉੱਤੇ ਚੱਲਣ ਵਾਲੇ ਨਵੇਂ-ਨਵੇਂ ਪਾਂਧੀ ਨੂੰ ਦੁਨਿਆਵੀ ਖਿੱਚਾਂ ਉਸ ਦੇ ਹਰ ਉਦਮ ਵਿੱਚ ਔਕੜਾਂ ਪਾਉਂਦੀਆਂ ਨੇ।
ਉਸ ਦਾ ਮਨ ਉਸ ਨੂੰ ਕਈ ਵਾਰ ਆਖਦਾ ਹੈ, ਆਤਮ ਮਾਰਗ ਬੜਾ ਕਠਿਨ ਹੈ। ਉਸ ਉੱਤੇ ਤੁਰ ਕੇ ਕਿਸੇ ਉੱਚੇ ਮੰਜ਼ਿਲ ਤੱਕ ਪਹੁੰਚਣਾ ਭਾਈ ਤੇਰੇ ਵਰਗੇ ਬੰਦੇ ਲਈ ਅਸੰਭਵ ਹੈ। ਜਦੋਂ ਹੋਰ ਸਾਰੀ ਦੁਨੀਆ ਆਰਾਮ ਨਾਲ ਸੁੱਤੀ ਪਈ ਹੈ ਤਾਂ ਤੈਨੂੰ ਜਾਗਣ ਦੀ ਕੀ ਲੋੜ ਹੈ? ਕਿ ਸਾਰੀ ਦੁਨੀਆ ਨੂੰ ਆਪਣਾ ਭਲਾ ਨਹੀਂ ਚਾਹੀਦਾ? ਕੀ ਤੂੰ ਸਾਰੀ ਦੁਨੀਆ ਨਾਲੋਂ ਵੱਖਰਾ ਹੈ? ਜਿਹੜਾ ਆਪਣੇ ਆਰਾਮ ਨੂੰ ਤਿਆਗ ਕੇ ਇੱਕ ਇਹੋ ਜਿਹੀ ਖੋਜ ਵਿੱਚ ਪੈਣਾ ਚਾਹੁੰਦਾ ਹੈ ਜਿਸ ਦੇ ਸਿੱਟੇ ਦਾ ਜਾਂ ਨਤੀਜੇ ਦਾ ਤੈਨੂੰ ਵੀ ਕੋਈ ਪੱਕਾ ਭਰੋਸਾ ਨਹੀਂ। ਅਜੇ ਬੜੀ ਜ਼ਿੰਦਗੀ ਪਈ ਹੈ, ਕਾਹਲੀ ਕਾਹਦੀ ਹੈ? ਪਿਛਲੀ ਉਮਰ ਵਿੱਚ ਜਾ ਕੇ ਭਜਨ ਸਿਮਰਨ ਕਰ ਲਵਾਂਗੇ। ਇਸ ਤਰ੍ਹਾਂ ਦੀਆਂ ਹੋਰ ਕਈ ਹੁਜਤਾਂ ਤੇ ਦਲੀਲਾਂ ਮਨ ਪੈਦਾ ਕਰ ਕਰਕੇ ਨਵੇਂ ਵਿਦਿਆਰਥੀਆਂ ਨੂੰ ਆਤਮ ਮਾਰਗ ਤੇ ਚੱਲਣ ਤੋਂ ਰੋਕਦਾ ਰਹਿੰਦਾ ਹੈ। ਪਰ ਜਿਨ੍ਹਾਂ ਦੀ ਲਗਨ ਪੱਕੀ ਹੋਵੇ ਤੇ ਜਿਨ੍ਹਾਂ ਨੂੰ ਇੰਦਰੀਆਂ ਦੀ ਦੁਨੀਆ ਦੇ ਆਰਜ਼ੀ ਸੁੱਖ ਸੰਤੁਸ਼ਟ ਨਾ ਕਰ ਸਕਣ, ਜਿਨ੍ਹਾਂ ਦੇ ਅੰਦਰ ਕਿਸੇ ਸਦੀਵੀ ਜੀਵਨ ਦੀ ਜਾਂ ਕਿਸੇ ਅਬਨਾਸ਼ੀ ਸੁੱਖ ਦੀ ਪ੍ਰਬਲ ਇੱਛਾ ਹੋਵੇ, ਉਹ ਫਿਰ ਆਪਣੇ ਗੁਰੂ ਪੀਰ ਦੇ ਹੁਕਮ ਤੋਂ ਆਪਣਾ ਸਾਰਾ ਕੁਝ ਵਾਰ ਦਿੰਦੇ ਨੇ ਤੇ ਵਾਹਿਗੁਰੂ ਦਾ ਆਸਰਾ ਲੈ ਕੇ ਗੁਰਬਾਣੀ ਦੀ ਰੌਸ਼ਨੀ ਵਿੱਚ ਆਤਮ ਮਾਰਗ ਦੀਆਂ ਪਹਿਲੀਆਂ ਪੌੜੀਆਂ ਚੜ੍ਹ ਜਾਂਦੇ ਨੇ। ਐਸੇ ਮਿੱਤਰ ਸੁਸਤੀ ਨੂੰ ਆਪਣਾ ਵੱਡਾ ਦੁਸ਼ਮਣ ਸਮਝਦੇ ਨੇ ਤੇ ਇਸ ਦੀ ਹਰੇਕ ਚਾਲ ਤੋਂ ਬਚ ਕੇ ਗੁਰੂ ਦੇ ਆਤਮ ਮਾਰਗ ਦੀਆਂ, ਗੁਰੂ ਦੇ ਆਸਰੇ ਪਹਿਲੀਆਂ ਅਵਸਥਾਵਾਂ ਲੰਘ ਜਾਂਦੇ ਨੇ। ਜਿਹੜੇ ਸੁਭਾਗੇ ਮਿੱਤਰ ਸੁਸਤੀ ਵਰਗੇ ਜ਼ਬਰਦਸਤ ਸ਼ਤਰੂ ਦੇ ਸੂਖਮ ਹਮਲਿਆਂ ਤੋਂ ਬਚ ਕੇ ਆਤਮ ਮਾਰਗ ਉੱਤੇ ਤੁਰਨ ਲੱਗ ਪੈਂਦੇ ਨੇ, ਉਹਨਾਂ ਦਾ ਮਨ ਉਹਨਾਂ ਲਈ ਇੱਕ ਨਵੀਂ ਮੁਸ਼ਕਲ ਖੜੀ ਕਰ ਦਿੰਦਾ ਹੈ ਤੇ ਉਹ ਨਵੀਂ ਮੁਸ਼ਕਲ ਹੈ ਕਾਹਲੀ। ਜਦੋਂ ਵਿਦਿਆਰਥੀ ਸੁਸਤੀ ਤੋਂ ਬਚ ਕੇ ਸਵੇਰੇ ਜਾਗਣ ਤੇ ਨਾਮ ਸਿਮਰਨ ਵਿੱਚ ਲੱਗਦਾ ਹੈ ਤਾਂ ਉਸ ਦਾ ਮਨ ਥੋੜ੍ਹੀ ਦੇਰ ਮਗਰੋਂ ਹੀ ਉਸ ਨੂੰ ਧੋਖਾ ਦੇਣ ਲਈ ਇਹ ਆਖਣਾ ਸ਼ੁਰੂ ਕਰ ਦਿੰਦਾ ਹੈ, ਹੁਣ ਤੇ ਤੂੰ ਬਹੁਤ ਪਾਠ ਕਰਦਾ ਹੈ, ਬਾਣੀ ਬਹੁਤ ਯਾਦ ਹੋ ਗਈ ਹੈ, ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ, ਰੋਜ਼ ਰਾਤੀ ਵੀ ਉੱਠਣਾ ਹੈ, ਭਜਨ ਸਿਮਰਨ ਵੀ ਕਰਨਾ ਹੈ, ਪਰ ਤੈਨੂੰ ਤੇ ਵਾਹਿਗੁਰੂ ਦੇ ਦਰਸ਼ਨ ਹੀ ਨਹੀਂ ਹੋਏ, ਤੇਰੇ ਅੰਦਰ ਤੇ ਕੋਈ ਸ਼ਕਤੀ ਨਹੀਂ ਪੈਦਾ ਹੋਈ, ਤੇਰੀ ਅਰਦਾਸ ਕਈ ਵਾਰ ਪੂਰੀ ਨਹੀਂ ਹੁੰਦੀ, ਤੇਰੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਜੇ ਵੀ ਉਸੇ ਤਰ੍ਹਾਂ ਬੈਠੇ ਨੇ, ਤੇਰੀਆਂ ਖਾਹਿਸ਼ਾਂ ਉਸੇ ਤਰ੍ਹਾਂ ਕਾਇਮ ਨੇ, ਤੈਨੂੰ ਅਜੇ ਵੀ ਮੌਤ ਦਾ ਭੈ ਬਹੁਤ ਤੰਗ ਕਰਦਾ ਹੈ। ਦੱਸ ਫਿਰ ਤੇਰੀ ਆਤਮ ਮਾਰਗ ਉੱਤੇ ਕੀਤੀ ਮਿਹਨਤ ਜਾਂ ਘਾਲਣਾ ਨੇ ਤੈਨੂੰ ਕੀ ਲਾਭ ਦਿੱਤਾ? ਤੂੰ ਆਪਣੇ ਸੁਖਾਰਾਮ ਵੀ ਛੱਡੇ, ਆਪਣੀਆਂ ਇੰਦਰੀਆਂ ਨੂੰ ਵੀ ਮਨ-ਮਾਨੀ ਮੌਜ ਨਾ ਕਰਨ ਦਿੱਤੀ, ਪਰ ਬਣਿਆ ਕੀ? ਫਾਇਦਾ ਕੀ ਹੋਇਆ? ਵਾਹਿਗੁਰੂ ਅਜੇ ਵੀ ਤੇਰੇ ਤੋਂ ਬਹੁਤ ਦੂਰ ਹੈ, ਮੌਤ ਦਾ ਡਰ ਅਜੇ ਵੀ ਕਾਇਮ ਹੈ, ਇਹ ਪਾਸਾ ਬੜਾ ਔਖਾ ਹੈ। ਇਸ ਉੱਤੇ ਤੇਰੀ ਮਿਹਨਤ ਕਰਨ ਵਾਲੇ ਤੇਰੇ ਵਰਗੇ ਲੋਕਾਂ ਨੂੰ ਨਾ ਕੁਝ ਪਿੱਛੋਂ ਪ੍ਰਾਪਤ ਹੋਇਆ ਤੇ ਨਾ ਹੀ ਅੱਗੇ ਨੂੰ ਕਦੇ ਆਸ ਰੱਖਣੀ ਚਾਹੀਦੀ। ਜਦੋਂ ਮਨ ਇਸ ਤਰ੍ਹਾਂ ਦੀਆਂ ਆਤਮ ਮਾਰਗ ਦੇ ਪਾਂਧੀ ਦਾ ਦਿਲ ਢਾਉਣ ਵਾਲੀਆਂ ਗੱਲਾਂ ਕਰੇ ਤਾਂ ਸੱਚੇ ਗੁਰਸਿੱਖ ਮਨ ਦੇ ਇਸ ਫਰੇਬ ਜਾਂ ਜਾਲ ਵਿੱਚ ਵੀ ਨਹੀਂ ਫਸਦੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆਤਮ ਮਾਰਗ 1-2 ਸਾਲ ਦਾ ਸਫ਼ਰ ਨਹੀਂ, ਇਹ ਸਫ਼ਰ ਤਾਂ ਜੇ ਕਿਤੇ ਉਮਰ ਭਰ ਵਿੱਚ ਵੀ ਸਫਲਤਾ ਨਾਲ ਤੈਅ ਹੋ ਜਾਵੇ ਤਾਂ ਸ਼ੁਕਰ ਵਾਲੀ ਗੱਲ ਹੈ। ਗੁਰੂ ਕਾ ਸਿੱਖ ਜਾਣਦਾ ਹੈ ਕਿ ਭਾਵੇਂ ਆਤਮ ਮਾਰਗ ਦੀ ਅਖੀਰਲੀ ਮੰਜ਼ਿਲ ਹੈ, ਪਰ ਉਹ ਜਿੰਨਾ ਵੀ ਇਸ ਮਾਰਗ ਉੱਤੇ ਤੁਰ ਰਿਹਾ ਉਹਨਾਂ ਅੱਗੇ ਨਾਲੋਂ ਸੌਖਾ ਹੁੰਦਾ ਜਾਂਦਾ ਹੈ। ਜੇਕਰ ਰਾਤ ਨੂੰ ਜਾ ਕੇ ਗੁਰਬਾਣੀ ਪੜ੍ਹਦਾ ਤੇ ਸਿਮਰਨ ਕਰਦਾ ਤਾਂ ਉਸ ਨੂੰ ਅੱਗੇ ਨਾਲੋਂ ਵੱਧ ਰਸ, ਸ਼ਾਂਤੀ ਤੇ ਖੇੜਾ ਮਿਲ ਰਹੇ ਨੇ। ਭਾਵੇਂ ਬਰਫ਼ ਤਾਂ ਪਹਾੜ ਦੀ ਚੋਟੀ ਤੇ ਪਹੁੰਚ ਕੇ ਹੀ ਹਾਸਲ ਹੋ ਸਕਦੀ ਹੈ, ਪਰ ਜਿਹੜਾ ਪਹਾੜ ਵੱਲ ਜਾਂ ਪਹਾੜ ਦੀ ਚੋਟੀ ਤੇ ਪਹੁੰਚਣ ਦੇ ਇਰਾਦੇ ਨਾਲ ਪਹਾੜ ਉੱਤੇ ਚੜ੍ਹਨ ਲੱਗ ਪਵੇ, ਉਸ ਨੂੰ ਪਹਾੜ ਦੀ ਠੰਡੀ ਹਵਾ ਤੇ ਠੰਡਕ ਨਾਲ ਹੀ ਮਿਲਣ ਲੱਗ ਪੈਂਦੀਆਂ ਨੇ।
ਇਸੇ ਤਰ੍ਹਾਂ ਭਾਵੇਂ ਵਾਹਿਗੁਰੂ ਜੀ ਦੀ ਪ੍ਰਾਪਤੀ ਤੇ ਉਸ ਦੀ ਅਭੇਦਤਾ ਆਤਮ ਮਾਰਗ ਦੀ ਆਖਰੀ ਮੰਜ਼ਿਲ ਹੈ, ਪਰ ਇਸ ਮਾਰਗ ਤੇ ਤੁਰਨ ਵਾਲੇ ਨੂੰ ਸ਼ਾਂਤੀ, ਪ੍ਰੇਮ, ਨਿਰਭੈਤਾ, ਅਡੋਲਤਾ, ਤਨ ਤੇ ਮਨ ਦੀ ਅਰੋਗਤਾ, ਹਰ ਪਾਸੇ ਸਤਿਕਾਰ ਤੇ ਇੱਜ਼ਤ ਅਤੇ ਇਰਾਦਿਆਂ ਵਿੱਚ ਸਫਲਤਾ, ਇਹ ਤੇ ਆਤਮ ਮਾਰਗ ਦੇ ਪਹਿਲੇ ਹਿੱਸਿਆਂ ਵਿੱਚ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਜਿਵੇਂ ਗੁਰੂ ਕਾ ਸਿੱਖ ਬਾਣੀ ਦੀ ਰੌਸ਼ਨੀ ਵਿੱਚ ਜੀਵਨ ਬਤੀਤ ਕਰੇ ਅਤੇ ਨਾਮ ਜਪੇ, ਤਿਵੇਂ ਤਿਵੇਂ ਉਸ ਦਾ ਹਲਤ ਪਲਤ ਸੌਰਨਾ ਸ਼ੁਰੂ ਹੋ ਜਾਂਦਾ ਹੈ। ਤਿਉਂ-ਤਿਉਂ ਹਰ ਪਾਸਿਓਂ ਉਹ ਸੁਖੀ ਹੁੰਦਾ ਜਾਂਦਾ ਹੈ। ਆਤਮ ਮਾਰਗ ਦੇ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਇਸ ਮਾਰਗ ਦੇ ਦੋ ਵੱਡੇ ਦੁਸ਼ਮਣਾਂ ਦੀਆਂ ਖਤਰਨਾਕ ਸਾਜ਼ਿਸ਼ਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਸੁਸਤੀ ਤੇ ਕਾਹਲੀ ਦੇ ਹਮਲਿਆਂ ਤੋਂ ਬਚਣ ਦਾ ਪੂਰਾ ਵੱਲ ਆਉਣਾ ਚਾਹੀਦਾ ਹੈ। ਗੁਰਬਾਣੀ ਗੁਰੂ ਕੇ ਸਿੱਖ ਨੂੰ ਐਸਾ ਕਰਨ ਵਿੱਚ ਸਹਾਇਤਾ ਬਖਸ਼ਦੀ ਹੈ। ਗੁਰੂ ਜੀ ਸਮਝਾਉਂਦੇ ਨੇ, ਸਗਲ ਸਿਆਣਪ ਛਾੜ, ਕਰ ਸੇਵਾ ਸੇਵਕ ਸਾਜ, ਹੋ ਸਾਵਧਾਨ ਆਪਣੇ ਗੁਰ ਸਿਉ, ਆਸਾ ਮਨਸਾ ਪੂਰਨ ਹੋਵੈ, ਪਾਵਹਿ ਸਗਲ ਨਿਧਾਨ ਗੁਰ ਸਿਉ। ਅਥਵਾ ਹਰ ਸੇਵੋ ਖਿਨ ਖਿਨ ਢਿਲ ਮੂਲ ਨ ਕਰਿਓ, ਜਿਤ ਆਸਥਿਰ ਜੁਗ ਜੁਗ ਹੋਵੋ। ਜਾਂ ਫਿਰ ਪ੍ਰਭ ਮਿਲਬੇ ਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋਰੀ। ਅਥਵਾ ਉਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਰਾਏ, ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਭ੍ਰਮ ਜਾਏ। ਅਥਵਾ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ।